Hello students, I am Monica. I will teach you your computer subject. I hope you all are well and safe at your home. During this time period, I am going to take your online lecture. In the first lecture, we have covered the topic about the computer definition, its evolution and history of the computer, and the classification of the computers. And now in the second lecture we will cover about the computer system parts and its input and output devices. So here we have a computer system in which we have a diagram of the computer system. ਇੱਥੇ ਬੱਚੇ ਆਪਣੇ ਕੋਲ ਕੀ ਹੈ ਕਿ ਜੋ ਆਪਣਾ ਕੰਪਿਊਟਰ ਸਿਸਟਮ ਹੈ ਉਹਦੇ ਵਿੱਚ ਅਲੱਗ-ਅਲੱਗ ਇਹਦੇ ਪਾਰਟਸ ਨੇ ਜੋ ਆਪਾਂ ਪਹਿਲਾਂ ਵੀ ਕੀਤਾ ਹੈ ਕਿ ਇਹਦੇ ਇਨਪੁਟ ਯੂਨਿਟ ਹੁੰਦੀ ਹੈ, ਆਊਟਪੁੱਟ ਯੂਨਿਟਸ ਹੁੰਦੀਆਂ, ਇੱਕ CPU ਇਹਦਾ ਮੇਨ 3 ਪਾਰਟਸ ਹੁੰਦੇ ਹੈ ਕਿਉਂਕਿ ਇਨਪੁਟ ਯੂਨਿਟ ਇਨਪੁਟ ਪ੍ਰੋਸੈਸਿੰਗ ਦੇ ਲਈ ਕੰਮ ਕਰਦੀ ਹੈ, ਆਊਟਪੁੱਟ ਯੂਨਿਟ ਫॉर गिविंग द आउटपुट एंड द CPU फॉर द processing on that data which have given us through the input unit to computer. So there are the elements like as central processing units, input and output devices and storage devices. क्योंकि ਜਦੋਂ ਬੱਚੇ ਆਪਾਂ input devices ਤੋਂ ਕੋਈ ਵੀ ਡਾਟਾ ਦੇਵਾਂਗੇ CPU ਨੂੰ ਦੈਨ ਉਹ ਪ੍ਰੋਸੈਸਿੰਗ ਕਰਨ ਤੋਂ ਬਾਅਦ ਜੋ ਵੀ ਉਹਦੇ ਵਿੱਚ ਅਰਥਮੈਟਿਕ ਲੌਜੀਕਲ ਯੂਨਿਟਸ ਨੇ, ਕੰਟਰੋਲ ਯੂਨਿਟਸ ਨੇ, ਠੀਕ ਹੈ, ਤਾਂ ਇਹ ਆਪਣੇ ਕੋਲੇ ਮੈਮਰੀ ਯੂਨਿਟਸ ਨੇ। ਇਹਦੇ ਵਿੱਚ ਜੋ ਵੀ ਡਾਟਾ ਪ੍ਰੋਸੈਸਿੰਗ ਹੋਊਗਾ, ਪ੍ਰੋਸੈਸਿੰਗ ਕਰਨ ਤੋਂ ਬਾਅਦ ਜੋ ਉਹਨੇ ਆਊਟਪੁੱਟ ਦੇਣੀ ਹੈ ਆਊਟਪੁੱਟ ਦੇ ਦੇਣੀ ਹੈ। ਅਗਰ ਆਪਾਂ ਉਸ ਡਾਟਾ ਨੂੰ ਸੇਵ ਕਰਨਾ ਹੈ ਦੈਨ ਉਹ ਡਾਟਾ ਮੈਮਰੀ ਯੂਨਿਟਸ ਦੇ ਵਿੱਚ ਜਾ ਕੇ ਸਟੋਰ ਹੋ ਜਾਏਗਾ। ਦੈਨ ਇਹ ਆਪਣੇ ਵਰਕ ਨੂੰ ਇੱਦਾਂ ਪ੍ਰੋਸੈਸਡ ਕਰਦਾ ਹੈ। ਦੈਨ ਨੈਕਸਟ ਇਹਦੇ ਵਿੱਚ ਆਪਣੇ ਕੋਲੇ ਕੰਪੋਨੈਂਟਸ ਹੈਗੇ ਨੇ, ਇਹਨਾਂ ਨੂੰ ਆਪਾਂ ਐਲੀਮੈਂਟਸ ਵੀ ਕਹਿੰਦੇ ਹਾਂ, ਕੰਪੋਨੈਂਟਸ ਵੀ ਕਹਿੰਦੇ ਹਾਂ ਕੰਪਿਊਟਰ ਸਿਸਟਮ ਦੇ। ਉਹ ਸੀ ਕੰਪਿਊਟਰ ਸਿਸਟਮ ਦੀ ਡਾਇਗਰਾਮ ਜਿਹਦੇ ਵਿੱਚ ਆਪਾਂ ਥੋੜ੍ਹਾ ਉਹਦੇ ਨਾਰਮਲੀ ਪਾਰਟਸ ਨੂੰ ਦੇਖਿਆ। ਦੈਨ ਹੁਣ ਆਪਣੇ ਕੋਲ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ। ਐਕਚੁਅਲ 'ਚ ਉਹਦਾ ਕੰਮ ਕੀ ਹੈ? ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਆਪਣੇ ਕੋਲ CPU ਹੈ ਜਿਹਦੇ ਅੰਡਰ ALU ਅਰਥਮੈਟਿਕ ਲੌਜੀਕਲ ਯੂਨਿਟ ਹੁੰਦਾ ਹੈ, ਕੰਟਰੋਲ ਯੂਨਿਟ ਹੁੰਦੀ ਹੈ। ਤਾਂ ਇਹ ਸਾਰੇ ਕੀ ਕੰਮ ਕਰਦੇ ਆ? ਅਲੱਗ-ਅਲੱਗ ਟਾਸਕ ਜੋ ਉਹਨਾਂ 'ਤੇ ਪ੍ਰੋਸੈਸਿੰਗ ਹੁੰਦੀ ਹੈ। ਬਟ ਪ੍ਰੋਸੈਸਿੰਗ ਤੋਂ ਪਹਿਲਾਂ ਉਹ ਡਾਟਾ ਜੋ ਲੈਂਦਾ ਯੂਜ਼ਰ ਤੋਂ ਉਹ ਕਿਹਦੇ ਥਰੂ ਲੈਂਦਾ ਹੈ? ਇਨਪੁਟ ਯੂਨਿਟ ਦੇ ਥਰੂ। ਇਨਪੁਟ ਯੂਨਿਟ ਦੇ ਲਈ ਆਪਣੇ ਕੋਲੇ ਇਨਪੁਟ ਡਿਵਾਈਸਿਸ ਨੇ। there is input devices are the devices which are used to feed program and data to the computer. ਪ੍ਰੋਗਰਾਮ ਫੀਡ ਕਰਦਾ ਹੈ, ਡਾਟਾ ਕੰਪਿਊਟਰ ਨੂੰ ਦਿੰਦਾ ਹੈ। ਇਹਦੇ ਵਿੱਚ ਆਪਣੇ ਕੋਲੇ ਟਿਪੀਕਲ ਇਨਪੁਟ ਡਿਵਾਈਸਿਸ ਨੇ ਲਾਈਕ ਐਸ ਕੀਬੋਰਡ, ਫਲੋਪੀ ਡਿਸਕ, ਮਾਊਸ, ਮਾਈਕਰੋਫੋਨ, ਲਾਈਟ ਪੈਨ, ਜੋਇਸਟਿਕ, ਮੈਗਨੈਟਿਕ ਟੇਪ एक्सेट्रा. These all are the input devices from which we give the input to the computer. And in computer system there is CPU, that is central processing unit. After giving the input through these devices, the central processing unit processed on that given data. ਤਾਂ CPU ਕੀ ਕਰਦਾ ਹੈ ਕਿ ਜੋ ਆਪਾਂ ਇਨਪੁਟ ਡਿਵਾਈਸਿਸ ਦੇ ਥਰੂ ਜੋ ਵੀ ਉਹਨਾਂ ਨੂੰ ਡਾਟਾ ਦਿੱਤਾ ਹੈ ਤਾਂ ਉਹਨਾਂ 'ਤੇ ਪ੍ਰੋਸੈਸਿੰਗ ਕਰਦਾ ਹੈ। ਇੱਥੇ ਆਪਣੇ ਕੋਲ ਹੈ ਬੱਚੇ ਕਿ ਇਨਪੁਟ ਯੂਨਿਟ ਦੇ ਕੰਮ ਕੀ ਨੇ? ਐਕਸੈਪਟ ਇਨਫੋਰਮੇਸ਼ਨ ਐਂਡ ਪ੍ਰੋਗਰਾਮਸ, ਉਹ ਪ੍ਰੋਗਰਾਮਸ ਦੀ ਲੈਂਦਾ ਹੈ, ਡਾਟਾ ਲੈਂਦਾ ਹੈ ਜੋ ਉਹਨੂੰ ਚਾਹੀਦਾ ਹੈ। ਦੈਨ ਕਨਵਰਟ ਦਾ ਡਾਟਾ ਇਨ ਅ ਫੋਰਮ ਵਿਚ ਦਾ ਕੰਪਿਊਟਰ ਕੈਨ ਐਕਸੈਪਟ, ਅਤੇ ਉਹ ਡਾਟਾ ਨੂੰ ਉਵੇਂ ਟਰਾਂਸਫਰ ਕਰਦਾ ਹੈ CPU ਤੱਕ। ਬਟ CPU ਨੂੰ ਜਿਸ ਲੈਂਗੁਏਜ ਦੇ ਵਿੱਚ ਜਾਂ ਜਿਸ ਫੋਰਮ ਦੇ ਵਿੱਚ ਉਹਨੂੰ ਡਾਟਾ ਅੰਡਰਸਟੈਂਡੇਬਲ ਹੈ ਉਸੇ ਫੋਰਮ ਦੇ ਵਿੱਚ ਉਹ ਡਾਟਾ ਨੂੰ ਕਨਵਰਟ ਕਰਦਾ ਹੈ। ਦੈਨ ਪ੍ਰੋਵਾਈਡ ਦਿਸ ਕਨਵਰਟਡ ਡਾਟਾ ਟੂ ਦਾ ਕੰਪਿਊਟਰ ਫॉर ਫਰਦਰ ਪ੍ਰੋਸੈਸਿੰਗ, ਤਾਂ ਉਹਨੂੰ ਉਹਦੀ ਪ੍ਰੋਸੈਸਿੰਗ ਦੇ ਲਈ ਉੱਥੇ ਡਾਟਾ ਉਹਨੂੰ ਕਨਵਰਟ ਕਰਦਾ ਹੈ। ਦੈਨ ਆਪਣੇ ਕੋਲ ਨੈਕਸਟ ਪਾਰਟ ਆਉਂਦਾ ਇਹਦੇ ਵਿੱਚ ਜੋ ਪ੍ਰੋਸੈਸਿੰਗ ਪਾਰਟ ਹੈ ਦੈਟ ਇਜ਼ ਕਾਲਡ ਦਾ ਸੈਂਟਰਲ ਪ੍ਰੋਸੈਸਿੰਗ ਯੂਨਿਟ, ਦੈਟ ਇਜ਼ CPU. CPU ਦੇ ਵਿੱਚ ਆਪਣੇ ਕੋਲੇ ਮੇਨਲੀ 3 ਪਾਰਟਸ ਹੁੰਦੇ ਹੈ, ਕੰਟਰੋਲ ਯੂਨਿਟ, ਅਰਥਮੈਟਿਕ ਲੌਜੀਕਲ ਯੂਨਿਟ ਐਂਡ ਪ੍ਰਾਇਮਰੀ ਸਟੋਰੇਜ ਯੂਨਿਟ, ਜਿਹਨੂੰ ਆਪਾਂ ਮੈਮਰੀ ਯੂਨਿਟ ਵੀ ਕਹਿ ਦਿੰਦੇ ਹਾਂ। ਪ੍ਰਾਇਮਰੀ ਸਟੋਰੇਜ ਕਿੱਥੇ ਹੁੰਦੀ ਹੈ? ਮੈਮਰੀ ਦੇ ਵਿੱਚ ਹੁੰਦੀ ਹੈ। ਮੇਨ ਇਹ ਆਪਣੇ 3 ਪਾਰਟਸ ਨੇ। ਪ੍ਰਾਇਮਰੀ ਸਟੋਰੇਜ ਯੂਨਿਟ ਜਿਹੜੀ MU ਮੈਮਰੀ ਯੂਨਿਟ। ਫਸਟਲੀ ਇਹਦੇ ਵਿੱਚ ਆਉਂਦਾ ਆਪਣੇ ਕੋਲ ਕੰਟਰੋਲ ਯੂਨਿਟ। ਕੰਟਰੋਲ ਯੂਨਿਟ ਹੈ ਕੀ? ਇਹ ਕੀ ਕਰਦੀ ਹੈ? ਕੰਟਰੋਲਸ ਦਾ ਆਪਰੇਸ਼ਨ ਆਫ ਦਾ ਐਂਟਾਇਰ, ਜੋ ਆਪਣੇ ਸਿਸਟਮ ਦੇ ਵਿੱਚ ਜੋ ਵੀ ਆਪਰੇਸ਼ਨਸ ਪਰਫੋਰਮ ਹੋ ਰਹੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰਲੀ
कंट्रोल करना। द कंट्रोल यूनिट गेट्स द इंस्ट्रक्शंस फ्रॉम द प्रोग्राम स्टोर्ड इन प्राइमरी स्टोरेज यूनिट। ਤਾਂ ਉਹ ਕੀ ਕਰਦਾ ਹੈ, ਕੰਟਰੋਲ ਯੂਨਿਟ ਜੋ ਹੈ ਆਪਣੀ ਇੰਸਟਰਕਸ਼ਨਸ ਨੂੰ ਲੈਂਦਾ ਹੈ ਪ੍ਰੋਗਰਾਮਸ ਤੋਂ ਅਤੇ ਉਹਨਾਂ ਨੂੰ ਸਟੋਰ ਕਰਦਾ ਹੈ ਪ੍ਰਾਇਮਰੀ ਸਟੋਰੇਜ ਯੂਨਿਟਸ ਦੇ ਵਿੱਚ। ਇੰਟਰਪਟਸ ਥੀਸ ਇੰਸਟਰਕਸ਼ਨਸ ਐਂਡ ਸਬਸੀਕੁਐਂਟਲੀ ਡਾਇਰੈਕਟਸ ਦ ਅਦਰ ਯੂਨਿਟਸ ਟੂ ਐਗਜ਼ੀਕਿਊਟ ਦ ਇੰਸਟਰਕਸ਼ਨਸ। ਅਤੇ ਉਹ ਅੱਗੇ ਉਹਨਾਂ ਨੂੰ ਪਾਸ ਕਰਦਾ ਉਹਨਾਂ ਦੀ ਪ੍ਰੋਸੈਸਿੰਗ ਦੇ ਲਈ, ਉਹਨਾਂ ਨੂੰ ਐਗਜ਼ੀਕਿਊਸ਼ਨ ਦੇ ਲਈ। ਦੈਨ ਐਗਜ਼ੀਕਿਊਸ਼ਨਸ ਦੇ ਲਈ ਉਹਨਾਂ ਨੂੰ ਕਿਹੜੀ ਲੋੜ ਹੈ, ਅਰਥਮੈਟਿਕ ਲੌਜੀਕਲ ਯੂਨਿਟ ਦੀ। ਅਰਥਮੈਟਿਕ ਲੌਜੀਕਲ ਯੂਨਿਟ ਜਿਹਦੇ ਵਿੱਚ ਅਰਥਮੈਟਿਕ ਓਪਰੇਸ਼ਨਸ ਪਰਫੋਰਮ ਹੁੰਦੇ ਆ। ਕੈਲਕੂਲੇਸ਼ਨਸ ਜਿਵੇਂ ਇਹਨਾਂ ਨੇ ਦੇਖੋ ਦੱਸਿਆ, ਐਕਚੁਅਲੀ ਐਗਜ਼ੀਕਿਊਟਸ ਦਾ ਇੰਸਟਰਕਸ਼ਨਸ ਐਂਡ ਪਰਫੋਰਮਸ ਆਲ ਦਾ ਕੈਲਕੂਲੇਸ਼ਨਸ ਐਂਡ ਡਿਸੀਜ਼ਨਸ। ਇਹ ਸਾਰੇ ਆਪਣੀ ਕੈਲਕੂਲੇਸ਼ਨਸ ਨੂੰ ਪਰਫੋਰਮ ਕਰਦਾ ਹੈ। ਦ ਡਾਟਾ ਇਜ਼ ਹੈਲਡ ਇਨ ਦ ਪ੍ਰਾਇਮਰੀ ਸਟੋਰੇਜ ਯੂਨਿਟ ਐਂਡ ਟਰਾਂਸਫਰ ਟੂ ਦ ALU ਵੈਨ ਐਵਰ ਨੀਡਡ। ਪਹਿਲਾਂ ਉਹ ਪ੍ਰਾਇਮਰੀ ਸਟੋਰੇਜ ਯੂਨਿਟ ਦੇ ਵਿੱਚ ਟਰਾਂਸਫਰ ਕਰਦਾ, ਦੈਨ ਉਹ ALU ਨੂੰ ਤਦ ਦਿੰਦਾ ਜਦੋਂ ਉਹਨੂੰ ਲੋੜ ਹੈ। ਡਾਟਾ ਕੈਨ ਬੀ ਮੂਵਡ ਫਰੋਮ ਦ ਪ੍ਰਾਇਮਰੀ ਟੂ ਅਰਥਮੈਟਿਕ ਲੌਜੀਕਲ ਯੂਨਿਟ। ਮਤਲਬ ਐਵੇਂ ਇਹਨਾਂ 'ਚ ਆਪਸ 'ਚ ਡਾਟਾ ਟਰਾਂਸਫਰ ਹੁੰਦਾ ਰਹਿੰਦਾ ਹੈ। ਜਦੋਂ ਉਹਨੇ ਸੇਵ ਕਰਨਾ ਹੈ ਤਾਂ MU ਦੇ ਵਿੱਚ ਚਲਾ ਜਾਂਦਾ ਹੈ, ਜਦੋਂ ALU ਨੂੰ ਉਹਦੀ ਲੋੜ ਹੈ ਤਾਂ ਉੱਥੋਂ ਉਹ ਡਾਟਾ ਨੂੰ ਆਪਣਾ ਕਲੈਕਟ ਕਰ ਲੈਂਦਾ ਹੈ। ਦੈਨ ਪ੍ਰਾਇਮਰੀ ਸਟੋਰੇਜ ਯੂਨਿਟ ਦੇ ਵਿੱਚ ਕੌਣ ਆਉਂਦਾ ਹੈ, ਮੇਨ ਮੈਮਰੀ, ਜਿਹਦੇ 'ਚ ਆਪਾਂ ਡਾਟਾ ਪ੍ਰਾਈਮਰਲੀ ਸੇਵ ਕਰਦੇ ਹਾਂ। ਤਾਂ ਉਹ ਕੀ ਕਰਦੇ ਕਿ ਸਟਾਰਟ ਦਾ ਡਾਟਾ ਐਂਡ ਇੰਸਟਰਕਸ਼ਨ ਫੈਡ ਟੂ ਕੰਪਿਊਟਰ ਥਰੂ ਦਾ ਇਨਪੁਟ ਯੂਨਿਟ ਐਂਡ ਸਟੋਰ ਇਨ ਦਾ ਪ੍ਰਾਇਮਰੀ ਸਟੋਰੇਜ ਯੂਨਿਟ। ਤਾਂ ਜਿਹੜਾ ਆਪਣਾ ਕੰਪਿਊਟਰ ਨੂੰ ਕੰਮ ਕਰਨ ਤੋਂ ਪਹਿਲਾਂ ਉਹ ਕੀ ਕਰਦਾ, ਉੱਥੇ ਪ੍ਰਾਇਮਰੀ ਸਟੋਰੇਜ ਯੂਨਿਟ ਦੇ ਵਿੱਚ ਉਹਨੂੰ ਸੇਵ ਕਰਦਾ ਹੈ। ਡਾਟਾ ਵਿਚ ਇਜ਼ ਟੂ ਬੀ ਆਊਟਪੁੱਟ ਫਰੋਮ ਦਾ ਕੰਪਿਊਟਰ ਸਿਸਟਮ ਇਜ਼ ਆਲਸੋ ਟੈਂਪਰਰਲੀ ਸਟੋਰਡ ਇਨ ਦਾ ਪ੍ਰਾਇਮਰੀ ਮੈਮਰੀ। ਜਦੋਂ ਆਊਟਪੁੱਟ ਦਿੰਦਾ ਤਾਂ ਉਸ ਟਾਈਮ 'ਤੇ ਵੀ ਡਾਟਾ ਪ੍ਰਾਇਮਰਲੀ ਉਹਦੇ ਵਿੱਚ ਸਟੋਰ ਹੁੰਦਾ ਹੈ। ਦੈਨ ਇਹਦੇ ਵਿੱਚ ਹੈ ਕਿ ਦ ਮੇਨ ਮੈਮਰੀ ਹੈਜ਼ ਦ ਸਟੋਰੇਜ ਸੈਕਸ਼ਨ। ਮੇਨ ਮੈਮਰੀ ਕੋਲ ਸਟੋਰੇਜ ਸੈਕਸ਼ਨ ਬਣਿਆ ਹੋਇਆ ਕਿ ਜਿੱਥੇ ਉਹਨੇ ਡਾਟਾ ਸੇਵ ਕਰਨਾ ਹੈ। ਪ੍ਰੋਗਰਾਮ ਡਿਊਰਿੰਗ ਐਗਜ਼ੀਕਿਊਸ਼ਨ। ਦ ਪ੍ਰਾਇਮਰੀ ਯੂਨਿਟ ਸਟੋਰਸ ਡਾਟਾ ਐਂਡ ਪ੍ਰੋਗਰਾਮਸ ਡਿਊਰਿੰਗ ਐਕਚੁਅਲ ਪ੍ਰੋਸੈਸਿੰਗ। ਡਾਟਾ ਨੂੰ ਸਟੋਰ ਕਰਦਾ ਹੈ ਅਤੇ ਉਹਨੂੰ ਪ੍ਰੋਗਰਾਮ ਕਰਦਾ ਹੈ। ਸਟੋਰਸ ਟੈਂਪਰਰੀ ਰਿਜ਼ਲਟਸ ਆਫ ਦਾ ਇੰਟਰਮੀਡੀਏਟ ਪ੍ਰੋਸੈਸਿੰਗ। ਅਤੇ ਜੋ ਉਹਦੇ ਡਿਊਰਿੰਗ ਇੰਟਰਮੀਡੀਏਟ ਰਹੇ ਕਿ ਇਨਪੁੱਟ ਲੈਣ ਤੋਂ ਬਾਅਦ ਅਤੇ ਆਊਟਪੁੱਟ ਦੇਣ ਤੋਂ ਪਹਿਲਾਂ ਉਹ ਸੈਂਟਰ ਦੇ ਵਿੱਚ ਉਸ ਡਾਟਾ ਨੂੰ ਸਾਰੇ ਨੂੰ ਸੇਵ ਕਰਕੇ ਰੱਖਦਾ ਹੈ ਤਾਂ ਕਿ ਜਦੋਂ ਵੀ ਉਹਨੂੰ ਲੋੜ ਹੈ ਤਾਂ ਉੱਥੋਂ ਈਜ਼ੀਲੀ ਉਹ ਫੈਚ ਆਊਟ ਕਰ ਸਕਦਾ ਹੈ। ਸਟੋਰਸ ਰਿਜ਼ਲਟਸ ਆਫ ਐਗਜ਼ੀਕਿਊਸ਼ਨ ਟੈਂਪਰਰਲੀ। ਦੈਨ ਉਹ ਰਿਜ਼ਲਟਸ ਨੂੰ ਵੀ ਸਟੋਰ ਕਰਦਾ ਹੈ। ਨੈਕਸਟ ਇਸ ਤੋਂ ਬਾਅਦ ਸਟੋਰ ਕਰਨ ਤੋਂ ਬਾਅਦ ਜਦੋਂ ਉਹਨੇ ਡਾਟਾ ਪ੍ਰੋਸੈਸਡ ਕਰਤਾ, ਦੈਨ ਹੁਣ ਉਹ ਕਿਹਨੂੰ ਪਾਸ ਕਰੇਗਾ, ਆਊਟਪੁੱਟ ਯੂਨਿਟ ਨੂੰ। ਦੈਨ ਦੇਅਰ ਆਰ ਦ ਆਊਟਪੁੱਟ ਡਿਵਾਈਸਿਸ ਗਿਵ ਦ ਰਿਜ਼ਲਟ ਆਫ ਦਾ ਪ੍ਰੋਸੈਸ ਐਂਡ ਕੰਪੂਟੇਸ਼ਨਸ ਟੂ ਦਾ ਆਊਟਸਾਈਡ ਵਰਲਡ। ਜੋ ਉਹਦੇ 'ਚ ਪ੍ਰੋਸੈਸਿੰਗਸ ਹੋਈਆਂ, ਕੰਪੂਟੇਸ਼ਨਸ ਹੋਈਆਂ, ਉਹ ਸਾਰੀਆਂ ਉਹ ਆਊਟਸਾਈਡ ਵਰਲਡ ਨੂੰ ਦਿੰਦਾ ਹੈ ਥਰੂ ਦਾ ਆਊਟਪੁੱਟ ਡਿਵਾਈਸਿਸ। The output unit accept the result and produced by the computer, convert them into the human readable form and supply them to the users। ਤਾਂ ਆਊਟਪੁੱਟ ਯੂਨਿਟ ਕੀ ਕਰਦੀ ਹੈ, ਜਿਹੜੇ ਉਹ ਰਿਜ਼ਲਟ ਹੈ ਉਹਨਾਂ ਨੂੰ ਐਕਸੈਪਟ ਕਰਦੀ ਹੈ ਅਤੇ ਪ੍ਰੋਡਿਊਸ ਜਿਹੜੇ ਕੰਪਿਊਟਰ ਨੇ ਪ੍ਰੋਡਿਊਸ ਕੀਤੇ ਹੈ ਕਨਵਰਟ ਕਰਦੀ ਹੈ ਉਹਨਾਂ ਨੂੰ ਹਿਊਮਨ ਲੈਂਗੁਏਜ ਦੇ ਵਿੱਚ। ਤਾਂ ਕਿ ਪਹਿਲਾਂ ਤਾਂ ਆਪਾਂ ਜਦੋਂ ਇਨਪੁੱਟ ਦਿੱਤੀ ਤਾਂ ਇਨਪੁੱਟ ਦੇਣ ਤੋਂ ਬਾਅਦ ਕੰਪਿਊਟਰ ਨੇ ਕੀ ਕੀਤਾ, ਜੋ ਉਹਦੇ ਟਰਾਂਸਫਰ ਲੈਂਗੁਏਜ ਟਰਾਂਸਲੇਟਰਸ ਨੇ ਉਹਨਾਂ ਨੇ ਕੀ ਕੀਤਾ, ਆਪਣੀ ਹਾਈ ਲੈਵਲ ਲੈਂਗੁਏਜ ਨੂੰ ਮਸ਼ੀਨ ਲੈਵਲ ਲੈਂਗੁਏਜ, ਅਸੈਂਬਲੀ ਲੈਵਲ ਲੈਂਗੁਏਜ ਦੇ ਵਿੱਚ ਚੇਂਜ ਕੀਤਾ, ਜਿਹਨੂੰ ਕੰਪਿਊਟਰ ਰੀਡ ਕਰ ਸਕਦਾ ਹੈ। ਕਿਉਂਕਿ ਕੰਪਿਊਟਰ ਰੀਡ ਕਰੇਗਾ ਦੈਨ ਉਸ 'ਤੇ ਉਹ ਤਾਂ ਹੀ ਪ੍ਰੋਸੈਸਿੰਗ ਕਰ ਸਕਦਾ ਹੈ। ਆਫਟਰ ਦਾ ਪ੍ਰੋਸੈਸਿੰਗ ਜਦੋਂ ਉਹਨੇ ਆਪਾਂ ਨੂੰ ਰਿਜ਼ਲਟ ਦੇਣਾ ਤਾਂ ਉਹ ਆਪਣੀ ਲੈਂਗੁਏਜ ਦੇ ਵਿੱਚ ਉਹਨੂੰ ਟਰਾਂਸਫਰ ਕਰਕੇ ਆਪਣੇ ਕੋਲੇ ਡਿਸਪਲੇ ਕਰਦਾ। ਇਹ ਆਊਟਪੁੱਟ ਯੂਨਿਟ ਦਾ ਕੰਮ ਹੁੰਦਾ ਇਹਦੇ ਵਿੱਚ। ਨੈਕਸਟ ਆਪਣੇ ਕੋਲ ਇਹਦੇ ਵਿੱਚ ਹੈ ਇਨਪੁੱਟ ਐਂਡ ਆਊਟਪੁੱਟ ਡਿਵਾਈਸਿਸ, ਜਿਨ੍ਹਾਂ ਨੂੰ ਆਪਾਂ ਬਰੀਫਲੀ ਦੇਖਦੇ ਹਾਂ ਕਿ ਇਨਪੁੱਟ ਅਤੇ ਆਊਟਪੁੱਟ ਡਿਵਾਈਸਿਸ ਦੇ ਵਿੱਚ ਕੀ ਹੁੰਦਾ। ਇਹਦੇ ਵਿੱਚ ਇਹਦੇ ਅਲੱਗ-ਅਲੱਗ ਨੇ ਕਿ ਪੈਰੀਫੇਰਲ ਡਿਵਾਈਸਿਸ ਕਹਿੰਦੇ ਆ ਇਹਨਾਂ ਨੂੰ ਆਪਾਂ, ਕਿ ਇਨਪੁੱਟ ਅਤੇ ਆਊਟਪੁੱਟ ਡਿਵਾਈਸਿਸ ਕੀ ਨੇ, ਪੈਰੀਫੇਰਲ ਡਿਵਾਈਸਿਸ ਜਾਂ ਫਿਰ IO ਡਿਵਾਈਸਿਸ ਜਿਨ੍ਹਾਂ ਨੂੰ ਆਪਾਂ ਨਾਮ ਦੇ ਦਿੰਦੇ ਹਾਂ। IO ਡਿਵਾਈਸਿਸ ਮਤਲਬ ਜਿਨ੍ਹਾਂ ਤੋਂ ਇਨਪੁੱਟ ਲੈਂਦੇ ਹਾਂ, ਆਊਟਪੁੱਟ ਦਿੰਦੇ ਹਾਂ ਜਿਨ੍ਹਾਂ ਦੇ ਥਰੂ। ਇਨਪੁੱਟ ਡਿਵਾਈਸਿਸ ਦੇ ਲਈ ਅਲੱਗ-ਅਲੱਗ ਆ ਜਾਂਦੇ ਆ ਪੰਚ ਕਾਰਡ, ਕੀਬੋਰਡਸ, ਮਾਊਸ, ਡਿਜੀਟਾਈਜ਼ਰ, ਸਕੈਨਰਸ। ਐਂਡ ਆਊਟਪੁੱਟ ਡਿਵਾਈਸਿਸ ਦੇ ਵਿੱਚ ਪ੍ਰਿੰਟਰਸ, ਪਲੋਟਰਸ, ਠੀਕ ਹੈ, ਇਹ ਸਾਰੇ ਆਪਣੇ ਆਊਟਪੁੱਟ ਡਿਵਾਈਸਿਸ ਹੈਗੇ ਆ। ਦੈਨ ਨੈਕਸਟ ਹੈ ਆਪਣੇ ਕੋਲ ਇਹਦੇ ਵਿੱਚ the devices which are a means of communication between the computer and the outside world are called the peripheral devices। peripheral devices ਕਿਹਨਾਂ ਨੂੰ ਕਹਿੰਦੇ ਆ, ਜੋ ਇੱਕ ਕਮਿਊਨੀਕੇਸ਼ਨ ਬਣਾਉਂਦੇ ਆ ਆਪਣੇ ਕੰਪਿਊਟਰ ਦਾ ਆਊਟਸਾਈਡ ਵਰਲਡ ਨਾਲ, ਉਹਨਾਂ ਨੂੰ ਆਪਾਂ ਕਹਿੰਦੇ ਆ peripheral devices। ਅਤੇ ਆਪਾਂ ਇਹ ਕਾਫੀ ਵਾਰ ਪੜ੍ਹ ਲਿਆ ਕਿ ਇਨਪੁੱਟ ਡਿਵਾਈਸਿਸ ਕਿਹਨਾਂ ਨੂੰ ਕਹਿੰਦੇ ਆ, ਆਊਟਪੁੱਟ ਡਿਵਾਈਸਿਸ ਕਿਹਨਾਂ ਨੂੰ ਕਹਿੰਦੇ ਆ। ਹੁਣ ਇਹਨਾਂ ਦੇ ਆਪਣੇ ਕੋਲ ਅੱਗੇ ਪਾਰਟਸ ਨੇ ਕਿ ਇਨਪੁੱਟ ਡਿਵਾਈਸਿਸ ਦੇ ਅੰਡਰ ਕਿਹੜੇ ਆਉਂਦੇ ਆ ਅਤੇ ਆਊਟਪੁੱਟ ਡਿਵਾਈਸਿਸ ਕਿਹੜੇ
ਆਉਂਦੇ ਆ। ਇਹਨਾਂ ਦੇ ਵਿੱਚ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਹੈ ਬੱਚੇ, ਪੈਰੀਫेरल ਡਿਵਾਈਸਿਸ ਜੋ ਹੈਗੇ ਨੇ ਇਨਫੋਰਮੇਸ਼ਨ ਫਰੋਮ ਦਾ ਕੰਪਿਊਟਰ ਟੂ ਦਾ ਯੂਜ਼ਰ, ਠੀਕ ਹੈ। ਇਹ ਯੂਜ਼ਰ ਨੂੰ ਦਿੰਦੇ ਆ ਇਨਫੋਰਮੇਸ਼ਨ ਤੇ ਯੂਜ਼ਰ ਤੋਂ ਲੈਂਦੇ ਆ, ਠੀਕ ਹੈ। ਜਦੋਂ ਯੂਜ਼ਰ ਤੋਂ ਲੈਂਦੇ ਆ ਇਨਫੋਰਮੇਸ਼ਨ ਤਾਂ ਉਹ ਕਿਹੜੇ ਡਿਵਾਈਸਿਸ ਨੇ? ਇਨਪੁਟ ਡਿਵਾਈਸਿਸ। ਜਦੋਂ ਯੂਜ਼ਰ ਨੂੰ ਦਿੰਦੇ ਆ ਤਾਂ ਉਹ ਕਿਹੜੇ ਡਿਵਾਈਸਿਸ ਨੇ? ਆਊਟਪੁੱਟ ਡਿਵਾਈਸਿਸ ਹੈ। ਦੈਨ ਆਪਣੇ ਕੋਲ ਹੈ there are two concepts related to the way in which data is input to the computer, online data input ਜਾਂ ਫਿਰ offline data input। ਇਹਦੇ ਵਿੱਚ ਕੀ ਹੈ? ਡਾਟਾ ਇਜ਼ ਡਾਇਰੈਕਟਲੀ ਟਰਾਂਸਫਰ ਟੂ ਦਾ ਕੰਪਿਊਟਰ। ਡਾਇਰੈਕਟਲੀ ਆਪਾਂ ਜਦੋਂ ਉਹਨੂੰ ਟਰਾਂਸਫਰ ਕਰਦੇ ਹਾਂ ਕੀ ਹੈ? ਆਨਲਾਈਨ ਡਾਟਾ ਇਨਪੁਟ। ਜਦੋਂ ਡਾਟਾ ਇਜ਼ ਨੋਟ ਇਮੀਡੀਏਟਲੀ ਟਰਾਂਸਫਰ ਟੂ ਦਾ ਕੰਪਿਊਟਰ, ਮਤਲਬ ਆਪਾਂ ਇਮੀਡੀਏਟਲੀ ਨਹੀਂ ਦਿੰਦੇ ਤਾਂ ਉਦੋਂ ਕੀ ਆਪਣੇ ਕੋਲ ਆਫਲਾਈਨ ਹੈ। ਤਾਂ ਇਹਦੇ ਵਿੱਚ ਇਨਪੁਟ ਡਿਵਾਈਸਿਸ ਨੇ, ਜੋ ਆਪਣੇ ਇਨਪੁਟ ਡਿਵਾਈਸਿਸ ਦੀ ਇੰਟਰੋਡਕਸ਼ਨ ਹੈ ਆਪਣੇ ਕੋਲ ਕਿ ਕੀ ਹੁੰਦੇ ਨੇ ਇਹ। ਫਿਰ ਇਹਨਾਂ ਨੇ ਦੱਸੇ ਨੇ ਕਿ ਪਾਰਟਸ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਆ, ਜਿਵੇਂ ਪੰਚ ਕਾਰਡ, ਕੀਬੋਰਡ ਕਰੈਕਟਰਿਸਟਿਕਸ ਨੇ, ਇਹਨਾਂ ਦੇ ਐਡਵਾਂਟੇਜਿਸ ਨੇ, ਡਿਸਐਡਵਾਂਟੇਜਿਸ ਨੇਗੀਆਂ। ਪੰਚ ਕਾਰਡ ਆਪਾਂ ਪਹਿਲਾਂ ਯੂਜ਼ ਕਰਦੇ ਸੀ, ਪੰਚਿੰਗ ਹੁੰਦੀ ਸੀ ਹਰ ਇੱਕ ਕਰੈਕਟਰ ਦੀ, ਠੀਕ ਹੈ। ਇਹਦੇ ਥਰੂ ਆਪਾਂ ਪੰਚਿੰਗ ਮਸ਼ੀਨ ਸੀ, ਜਦੋਂ ਆਪਾਂ ਪ੍ਰੈਸ ਕਰਦੇ ਸੀ ਲਾਈਕ ਸਿਮਿਲਰ ਆਲਮੋਸਟ ਟੂ ਦਾ ਕੀਬੋਰਡਸ, ਬਟ ਇਹਦੇ ਵਿੱਚ ਕੀ ਸੀ ਕਿ ਇਹਨਾਂ ਦੀ ਨੋਇਜ਼ ਕਾਫੀ ਜ਼ਿਆਦਾ ਸੀ। ਜੋ ਆਪਣੇ ਪੰਚ ਕਾਰਡ ਸੀ ਆਪਾਂ ਪੰਚਿੰਗ ਕਰਦੇ ਸੀ, ਉਹਦੇ ਬੇਸਡ ਹੀ ਇਹ ਆਪਣੇ ਕੋਲੇ ਡਾਟਾ ਇਨਪੁਟ ਕਰਦੇ ਸੀ। ਹੁਣ ਕੀਬੋਰਡ ਵੀ ਸੇਮ ਚੀਜ਼, ਆਪਾਂ ਤੋਂ ਕੀ ਪ੍ਰੈਸ ਕਰਦੇ ਹਾਂ, ਦੈਨ ਆਪਣਾ ਕੀ ਹੈ ਕਿ ਉਦੋਂ ਤੋਂ ਜੋ ਵੀ ਇਨਪੁਟ ਦਿੱਤੀ ਹੈ ਉਹ ਕੀ ਹੈ? ਕੰਪਿਊਟਰ ਨੂੰ ਟਰਾਂਸਫਰ ਹੋ ਜਾਂਦੀ ਹੈ। ਇਹ ਕੀ ਹੈ? ਜਸਟ ਲਾਈਕ ਐਜ਼ ਅ ਟਾਈਪਰਾਈਟਰ ਕੀਬੋਰਡ। ਕੀਬੋਰਡ ਹੈਜ਼ ਕੀਜ਼ ਮੇਡ ਅਪ ਆਫ ਲੈਟਰਸ, ਨੰਬਰਸ, ਸਿੰਬਲਸ, ਸਪੈਸ਼ਲ ਫੰਕਸ਼ਨ ਕੀਜ਼। ਇਹ ਸਾਰੀਆਂ ਆਪਣੀਆਂ ਕੀਬੋਰਡ 'ਤੇ ਪ੍ਰੈਜ਼ੈਂਟ ਹੁੰਦੀਆਂ। ਸਪੈਸ਼ਲ ਕੀਜ਼ ਕਿਹੜੀਆਂ ਹੁੰਦੀਆਂ? ਜਿਵੇਂ ਆਪਾਂ ਕਹਿੰਦੇ ਨੇ ਟੈਬ ਬਟਨ ਹੈ, ਡਿਲੀਟ ਬਟਨ ਹੈ, ਕੰਟਰੋਲ ਹੈ, ਠੀਕ ਹੈ, ਇੰਸਰਸ਼ਨ ਬਟਨ ਹੈ, ਪੇਜ ਅਪ, ਪੇਜ ਡਾਊਨ, ਹੈ ਨਾ, ਐਰੋ ਬਣੇ ਹੁੰਦੇ ਆ ਕਈ ਵਾਰ ਉਹਨਾਂ 'ਤੇ PG ਅਪ ਲਿਖਿਆ ਹੁੰਦਾ, ਆਪਾਂ ਇਹਦੇ ਨਾਲ ਮੂਵ ਕਰਦੇ ਹਾਂ ਉਹ ਅਪ ਜਾਂਦਾ ਹੈ। ਜਦੋਂ ਆਪਾਂ ਡਾਊਨ ਐਰੋ ਹੈ ਤਾਂ ਪੇਜ ਡਾਊਨ ਨਾਲ ਹੈ, ਠੀਕ ਹੈ। ਦੈਨ ਕੀਬੋਰਡ ਇਨਕਲੂਡ ਅਰਥਮੈਟਿਕ ਯੂਨਿਟ, ਜਿਹੜੀਆਂ A ਤੋਂ ਲੈ ਕੇ ਅਲਫਾਬੈਟਿਕਲੀ ਯੂਨਿਟਸ ਵੀ ਇਹਦੇ ਵਿੱਚ ਹੁੰਦੀਆਂ ਨੇ, ਜਿਹੜੀਆਂ A ਤੋਂ ਲੈ ਕੇ Z ਤੱਕ ਹੁੰਦੀਆਂ, ਅਤੇ 0 ਤੋਂ ਲੈ ਕੇ 9 ਤੱਕ ਇਹਦੀਆਂ ਅਰਥਮੈਟਿਕ ਕੀ ਨੰਬਰਸ ਹੁੰਦੇ ਆ, ਠੀਕ ਹੈ। ਦੈਨ ਉਸ ਤੋਂ ਬਾਅਦ ਫੰਕਸ਼ਨਲ ਕੀਜ਼ ਨੇ, ਜਿਹੜੀਆਂ F1 ਤੋਂ ਲੈ ਕੇ F12 ਤੱਕ ਆਪਣੇ ਅਪਰ ਮੋਸਟ ਪਾਰਟ ਦੇ ਵਿੱਚ ਹੁੰਦੀਆਂ ਨੇ ਕੀਬੋਰਡ ਦੇ। ਦੈਨ ਸ਼ਿਫਟ, ਨਮ ਲੋਕ, ਇਹ ਸਾਰੇ ਆਪਣੇ ਕੀ ਨੇ? ਸਪੈਸ਼ਲ ਕੀਜ਼ ਨੇ। ਐਡਵਾਂਟੇਜਿਸ ਕੀ ਨੇ? ਇਟ ਇਜ਼ ਵੈਰੀ ਈਜ਼ੀ ਟੂ ਯੂਜ਼ ਅ ਕੀਬੋਰਡ ਨੂੰ ਯੂਜ਼ ਕਰਨਾ ਈਜ਼ੀ ਹੈ। ਇਹਨੇ ਕਾਫੀ ਸਾਰੀਆਂ ਫੈਸਿਲਿਟੀਜ਼ ਆਪਾਂ ਨੂੰ ਦਿੱਤੀਆਂ ਨੇ, ਕਿਉਂਕਿ ਇਹਦੇ ਵਿੱਚ ਆਪਣੀਆਂ ਸਪੈਸ਼ਲ ਕੀਜ਼ ਵੀ ਨੇ, ਨੰਬਰ ਕੀਜ਼ ਵੀ ਨੇ, ਅਲਫਾਬੈਟਿਕਲੀ ਕੀਜ਼ ਵੀ ਨੇ। ਇਹਦੇ ਨਾਲ ਆਪਾਂ ਐਡੀਟਿੰਗ ਵਗੈਰਾ 'ਚ ਹੈਲਪਫੁਲ ਹੁੰਦੀ ਹੈ, ਠੀਕ ਹੈ। ਇਟ ਇਜ਼ ਰਿਲੇਟਿਵਲੀ ਇਨਐਕਸਪੈਂਸਿਵ, ਜ਼ਿਆਦਾ ਐਕਸਪੈਂਸਿਵ ਮਟੀਰੀਅਲ ਵੀ ਨਹੀਂ ਹੈਗਾ ਇਹ। ਥਰਡ ਆਪਣਾ ਇਹਦੇ ਵਿੱਚ ਆਉਂਦਾ ਹੈ ਮਾਊਸ ਕੀ ਇੱਕ ਪੁਆਇੰਟਿੰਗ ਡਿਵਾਈਸ ਹੈ। ਕੋਈ ਵੀ ਸਿਲੈਕਸ਼ਨ ਆਪਾਂ ਕਰਨੀ ਹੈ, ਉਹਦੇ ਵਿੱਚੋਂ ਕੋਈ ਚੂਜ਼ ਕਰਨਾ ਹੈ ਤਾਂ ਆਪਾਂ ਉਹ ਈਜ਼ੀਲੀ ਉਹਦੇ ਵਿੱਚੋਂ ਚੂਜ਼ ਕਰ ਸਕਦੇ ਹਾਂ, ਜੋ ਕੰਪਿਊਟਰ ਦੇ ਵਿੱਚ ਆਪਣਾ ਡਾਟਾ ਸੇਵ ਹੈ। ਆਪਾਂ ਉਹਦੇ ਵਿੱਚ ਕੁਝ ਵੀ ਓਪਨ ਕਰਨਾ ਤਾਂ ਮਾਊਸ ਯੂਜ਼ ਕਰਦੇ ਹਾਂ, ਅਤੇ ਡਬਲ ਕਲਿੱਕ ਕਰਕੇ ਕਿਸੇ ਵੀ ਫੋਲਡਰ ਨੂੰ ਓਪਨ ਕਰ ਸਕਦੇ ਹਾਂ। ਕਿਸੇ ਫੋਲਡਰ 'ਤੇ ਆਪਾਂ ਐਕਸ਼ਨ ਪਰਫੋਰਮ ਕਰਨੇ ਨੇ, ਡਿਲੀਟ ਕਰਨਾ ਹੈ, ਉਹਨੂੰ ਰੀਨੇਮ ਕਰਨਾ ਹੈ, ਇਹ ਸਾਰੇ ਆਪਾਂ ਮਾਊਸ ਦੇ ਥਰੂ ਯੂਜ਼ ਕਰਦੇ ਹਾਂ। ਤੁਸੀਂ ਬੱਚੇ ਇਹ ਸਾਰੀਆਂ ਚੀਜ਼ਾਂ +2 ਤੱਕ ਵੀ ਤੁਹਾਨੂੰ ਕੰਪਿਊਟਰ ਦੇ ਵਿੱਚ ਆਲਰੇਡੀ ਡਿਸਕਸਡ ਹੁੰਦੀਆਂ ਨੇ, ਤਾਂ ਉਹਦੇ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਕਿ ਕੰਪਿਊਟਰ ਦੇ ਕਿਹੜੇ ਪਾਰਟਸ ਹੈ ਅਤੇ ਆਪਾਂ ਉਹਨਾਂ ਨੂੰ ਕਿਵੇਂ ਯੂਜ਼ ਕਰਦੇ ਹਾਂ। ਨੈਕਸਟ ਇਹਦੇ ਵਿੱਚ ਦੇਖੋ ਇਹਨਾਂ ਨੇ ਡਾਇਗਰਾਮ ਦਿੱਤੀ ਹੈ ਕਿ ਮਾਊਸ ਕਿੱਦਾਂ ਦਾ, ਪਹਿਲਾਂ ਇਹਦੇ ਵਿੱਚ ਕੀ ਹੁੰਦੀ ਸੀ, ਜਿਹੜੀ ਆ ਰੈੱਡ ਕਲਰ ਦੀ ਇਹ ਜੋਇਸਟਿਕ ਆਪਣੀ ਇਹਦੇ ਵਿੱਚੋਂ ਬੋਲ ਹੁੰਦੀ ਸੀ, ਠੀਕ ਹੈ, ਜੋ ਆਪਾਂ ਇਹਨੂੰ ਯੂਜ਼ ਕਰਦੇ ਸੀ ਕਿਸੇ ਵੀ ਚੀਜ਼ ਨੂੰ ਮੂਵ ਕਰਨ ਦੇ ਲਈ ਅਪ ਐਂਡ ਡਾਊਨ ਪੋਜੀਸ਼ਨ ਦੇ ਵਿੱਚ। ਦੈਨ ਆਪਟੀਕਲ ਮਾਊਸ, OPT, ਮਕੈਨੀਕਲ ਮਾਊਸ ਆ ਗਿਆ ਆਪਣਾ, ਠੀਕ ਹੈ। ਇਹ ਸਾਰੀਆਂ ਚੀਜ਼ਾਂ, ਇੱਕ ਪੁਆਇੰਟਿੰਗ ਡਿਵਾਈਸ ਸੇਮ ਮਾਊਸ ਵੀ ਹੁੰਦਾ, ਐਵੇਂ ਜਿਹੜੇ ਆਪਣੇ ਟੱਚ ਪੈਡਸ ਹੁੰਦੇ ਉਹਨਾਂ 'ਚ ਆਪਣੀ ਫਿੰਗਰ ਐਜ਼ ਅ ਪੁਆਇੰਟਿੰਗ ਡਿਵਾਈਸ ਹੁੰਦੀ ਹੈ। ਦੈਨ ਆਪਣੇ ਕੋਲ ਮਾਊਸ ਦੇ ਵਿੱਚ ਹੀ ਲਾਈਟ ਪੈਨ, ਜੋਇਸਟਿਕ, ਠੀਕ ਹੈ, ਆਪਣੇ ਟਰੈਕ ਬਾਲ, ਇਹ ਸਾਰੇ ਕੀ ਨੇ? ਮਾਊਸ ਦੀ ਤਰ੍ਹਾਂ ਹੀ ਇੱਕ ਕੰਮ ਕਰਦੇ ਨੇ, ਕਿਉਂਕਿ ਦੀਜ਼ ਆਲ ਆਰ ਦਾ ਪੁਆਇੰਟਿੰਗ ਡਿਵਾਈਸਿਸ, ਠੀਕ ਹੈ। ਆਪਣੇ ਟੱਚ ਪੈਡ ਫੋਨਸ ਹੁੰਦੇ ਨੇ, ਵਿੱਚ ਦੀ ਆਪਣੇ ਕੋਲੇ ਲਾਈਟ ਪੈਨ ਆਉਣ ਲੱਗੇ ਸੀ, ਲਾਈਟ ਦੀ ਉਹਦੇ 'ਤੇ ਲਾਈਟ ਚਲਾਉਂਦੇ ਸੀ ਆਪਾਂ ਇੱਕ ਐਜ਼ ਉਹਨਾਂ ਨੂੰ ਪੁਆਇੰਟਿੰਗ ਡਿਵਾਈਸ ਦੇ। ਲਾਈਟ ਸੈਂਸਰਸ ਹੁੰਦੇ ਸੀ ਉਹਦੀ ਸਕਰੀਨ ਦੇ ਉੱਪਰ, ਤਾਂ ਜਿਵੇਂ ਹੀ ਆਪਾਂ ਲਾਈਟ ਨੂੰ ਮੂਵ ਕਰਦੇ ਸੀ ਉਵੇਂ ਉਹਦੇ ਉੱਪਰ ਕਰਸਰ ਮੂਵ ਕਰਦਾ ਸੀ। ਟਰੈਕ ਬਾਲ ਹੈ, ਟਰੈਕ ਬਾਲ ਜਿਵੇਂ ਆਪਾਂ ਕੋਈ ਵੀ ਇਹਦੇ ਵਿੱਚ ਹੈ ਜਿਵੇਂ ਰੋਟੇਟ ਕਰਦੇ ਹਾਂ ਡਾਇਰੈਕਸ਼ਨਸ ਨੂੰ ਜਿਵੇਂ, ਤਾਂ ਉਵੇਂ ਹੀ ਉਹਦੇ 'ਤੇ ਮਾਊਸ ਸਕਰੀਨ 'ਤੇ ਜੋ ਸੀ ਆਪਣਾ ਪੁਆਇੰਟ ਉਹ ਮੂਵ ਕਰਦਾ ਸੀ। ਦੈਨ ਟੱਚ ਸਕਰੀਨ, ਇਹਦੇ ਵਿੱਚ ਇੱਕ ਟਰਾਂਸਪੇਰੈਂਟ ਪਲੇਟ ਹੁੰਦੀ ਹੈ ਜੋ ਕਿ ਆਪਣੀ CRT ਕੈਥੋਡ ਰੇ ਟਿਊਬ ਦੀ ਤਰ੍ਹਾਂ ਕੰਮ ਕਰਦੀ ਹੈ, ਠੀਕ ਹੈ। ਆਪਟੀਕਲ ਟੱਚ ਪੈਨਲਸ ਅਤੇ ਇਲੈਕਟ੍ਰਿਕ ਟੱਚ ਪੈਨਲਸ, ਆਪਟੀਕਲ ਟੱਚ ਪੈਨਲਸ ਅਤੇ ਇਲੈਕਟ੍ਰਿਕ ਟੱਚ ਪੈਨਲ,
ਇਹ ਇੱਦਾਂ ਆਪਣੇ ਕੋਲ ਸੀਗੇ। ਦੈਨ ਉਸ ਤੋਂ ਬਾਅਦ ਕੰਪਿਊਟਰ ਫੰਡਾਮੈਂਟਲਸ, ਇਹਦੇ ਵਿੱਚ ਆਪਣੇ ਕੋਲ ਡਿਜੀਟਾਈਜ਼ਰ ਕੀ ਹੁੰਦਾ ਹੈ ਕਿ ਜੋ ਕਨਵਰਟ ਕਰਦਾ ਹੈ ਗ੍ਰਾਫਿਕਲ ਔਰ ਪਿਕਟੋਰੀਅਲ ਡਾਟਾ ਇਨਟੂ ਡਿਜੀਟਲ ਫੋਰਮ। ਡਿਜੀਟਾਈਜ਼ਰ ਜੋ ਕਨਵਰਟ ਕਰਦਾ ਆਪਣੇ ਗ੍ਰਾਫਿਕਲ ਡਾਟਾ, ਗ੍ਰਾਫਿਕਲ ਮੀਨਸ ਜੋ ਆਪਣੀਆਂ ਇਮੇਜਿਸ ਨੇ, ਜਾਂ ਫਿਰ ਇਹਨਾਂ ਨੂੰ ਦੇਖੋ ਪਿਕਟੋਰੀਅਲ ਡਾਟਾ ਕਿਹਾ ਮਤਲਬ ਪਿਕਸ ਵਗੈਰਾ ਨੇ, ਉਹਨਾਂ ਨੂੰ ਡਿਜੀਟਲ ਫੋਰਮ ਦੇ ਵਿੱਚ ਚੇਂਜ ਕਰਨਾ, ਵਿਚ ਕੈਨ ਬੀ ਡਾਇਰੈਕਟਲੀ ਐਂਟਰਡ ਐਂਡ ਸਟੋਰਡ ਇਨ ਦਾ ਕੰਪਿਊਟਰ, ਜਿਨ੍ਹਾਂ ਨੂੰ ਆਪਾਂ ਡਾਇਰੈਕਟਲੀ ਉਹਦੇ ਵਿੱਚ ਐਂਟਰ ਕਰਵਾ ਸਕਦੇ ਹਾਂ ਅਤੇ ਉਹਨਾਂ 'ਚੋਂ ਸਟੋਰ ਕਰ ਸਕਦੇ ਹਾਂ। ਡਿਜੀਟਾਈਜ਼ਰ ਆਪਣੀਆਂ ਪਿਕਸ ਵਗੈਰਾ, ਇਮੇਜ ਵਗੈਰਾ ਉਹਨਾਂ ਨੂੰ ਸੇਵ ਕਰਨ ਦੇ ਕੰਮ ਆਉਂਦਾ ਹੈ। ਇਹਦੇ ਵਿੱਚ ਕੀ ਹੈ, 2 ਟਾਈਪਸ ਡਿਜੀਟਾਈਜ਼ਰਸ ਨੇ। ਡਿਜੀਟਾਈਜ਼ਰਸ ਦੇਖੋ, ਇੱਕ ਤਾਂ ਸਕੈਨਰ ਹੋ ਗਿਆ, ਠੀਕ ਹੈ, ਇੱਕ ਗ੍ਰਾਫਿਕਸ ਟੈਬਲੇਟ ਡਿਜੀਟਾਈਜ਼ਰਸ ਇਹ ਹੋ ਗਏ, ਠੀਕ ਹੈ। ਇਹਨਾਂ ਦੇ ਥਰੂ ਕੀ ਹੈ, ਆਪਾਂ ਆਪਣੀਆਂ ਜੋ ਪਿਕਸ ਨੇ, ਇਮੇਜ ਨੇ, ਇਹਨਾਂ ਦੇ ਵਿੱਚ ਦਿੰਦੇ ਹਾਂ ਅਤੇ ਆਪਣੇ ਕੰਪਿਊਟਰ 'ਚ ਸੇਵ ਹੁੰਦੀਆਂ ਅਤੇ ਇਹ ਐਜ਼ ਅ ਇਨਪੁਟ ਡਿਵਾਈਸਿਸ ਹੀ ਕੰਮ ਕਰਦੇ ਆ। ਜਿਵੇਂ ਹੁਣ ਸਕੈਨਰ ਦੇ ਵਿੱਚ ਆਪਾਂ ਇੱਥੇ ਪੇਪਰ ਰੱਖਾਂਗੇ ਇਹਦੇ ਵਿੱਚ ਸੈਂਟਰ ਪਾਰਟ 'ਚ, ਦੈਨ ਉਸ ਤੋਂ ਬਾਅਦ ਇਹਨੂੰ ਸਕੈਨ ਕਰਾਂਗੇ, ਜੋ ਆਪਣੀ ਪਿਕ, ਜੋ ਵੀ ਇਮੇਜ ਹੈ ਜਾਂ ਜੋ ਵੀ ਡਾਕੂਮੈਂਟ ਹੈ ਉਹਦੀ ਪਿਕਚਰ ਆਪਣੇ ਕੰਪਿਊਟਰ ਦੇ ਵਿੱਚ ਜਾ ਕੇ ਮੋਨੀਟਰ ਸਕਰੀਨ 'ਤੇ ਡਿਸਪਲੇ ਹੋਊਗੀ, ਆਪਾਂ ਨੂੰ ਦਿਖੇਗੀ ਈਜ਼ੀਲੀ। ਤਾਂ ਇਹ ਸਕੈਨਰ ਕੀ ਕੰਮ ਕਰਦਾ ਐਜ਼ ਅ ਇਨਪੁਟ ਡਿਵਾਈਸਿਸ, ਆਪਾਂ ਇਹਨਾਂ ਨੂੰ ਕਿਉਂਕਿ ਇਨਪੁਟ ਦੇ ਰਹੇ ਹਾਂ ਇਨ ਦਾ ਫੋਰਮ ਆਫ ਇਮੇਜ। ਦੈਨ ਉਸ ਤੋਂ ਬਾਅਦ ਆਪਣਾ ਸਕੈਨਰ ਦੇਖੋ, ਇਹਨਾਂ ਨੇ ਡਿਫਾਈਨ ਕੀਤਾ ਕਿ ਇਨਪੁਟ ਡਿਵਾਈਸ ਹੈ, ਠੀਕ ਹੈ। ਇਹਦੇ ਅੰਦਰ ਆਪਣੇ ਕੋਲ 2 ਤਰ੍ਹਾਂ ਦੇ ਆਉਂਦੇ ਆ, 2 ਟਾਈਪਸ ਆਫ ਸਕੈਨਰ, ਆਪਟੀਕਲ ਸਕੈਨਰ, ਮੈਗਨੈਟਿਕ ਇੰਕ ਕਰੈਕਟਰ ਰਿਕੋਗਨਾਈਜੇਸ਼ਨ, ਜਿਨ੍ਹਾਂ ਨੂੰ MICR ਆਪਾਂ ਕਹਿ ਦਿੰਦੇ ਹਾਂ। ਆਪਟੀਕਲ ਸਕੈਨਰ ਜੋ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ, ਯੂਜ਼ਿਜ਼ ਅ ਲਾਈਟ ਸੋਰਸ ਐਂਡ ਸੈਂਸਰ ਫॉर ਰੀਡਿੰਗ ਦਾ ਇਨਫੋਰਮੇਸ਼ਨ ਔਨ ਦਾ ਪੇਪਰ। ਇਹਦੇ ਵਿੱਚ ਲਾਈਟ ਸੈਂਸਰ ਜੋ ਆਪਣੀ ਜੋ ਵੀ ਇਨਫੋਰਮੇਸ਼ਨ ਇਹਦੇ ਉੱਤੇ ਹੈ ਉਹਨਾਂ ਨੂੰ ਰੀਡ ਕਰਨ ਦੇ ਕੰਮ ਆਉਂਦਾ ਹੈ। ਦੈਨ ਆਪਟੀਕਲ ਮਾਰਕ ਰੀਡਰ ਤੁਸੀਂ ਬੱਚੇ ਆਪਾਂ OMR ਸ਼ੀਟਸ ਦੇਖਦੇ ਹਾਂ ਜਿਨ੍ਹਾਂ 'ਤੇ ਸਰਕਲਸ ਬਣੇ ਹੋਏ ਹੁੰਦੇ ਆ ਕਿ ਉਹਨਾਂ ਨੂੰ ਸਿਲੈਕਟ ਕਰਨਾ ਹੈ, ਉਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਚੂਜ਼ ਕਰਨੀ ਹੈ ਤਾਂ ਆਪਾਂ ਉਹਨਾਂ ਨੂੰ ਫਿਲਿੰਗ ਕਰ ਦਿੰਦੇ ਹਾਂ। ਉਹ ਕੀ ਨੇ, ਆਪਣੀਆਂ OMR ਸ਼ੀਟਸ ਹੁੰਦੀਆਂ ਨੇ। ਦੈਨ ਆਪਾਂ ਇਹਦੇ ਵਿੱਚ ਫਿਲਿੰਗ ਕਰਦੇ ਹਾਂ ਕਿ ਮੈਨੇ ਇਹ ਆਪਸ਼ਨ ਉਹਦੇ ਵਿੱਚੋਂ ਚੂਜ਼ ਕੀਤੀ ਹੈ, ਠੀਕ ਹੈ। ਉਹ OMR ਸ਼ੀਟਸ ਹੁੰਦੀਆਂ ਨੇ। ਉਹਨਾਂ ਨੂੰ ਰੀਡ ਕਰਨ ਲਈ ਇੱਕ ਸਪੈਸ਼ਲ ਆਪਣੇ ਕੋਲ ਡਿਵਾਈਸਿਸ ਹੁੰਦੇ ਹੈ ਜਿਹਤੋਂ ਇਹ ਪਤਾ ਲੱਗਦਾ ਹੈ, ਮਤਲਬ ਆਪਾਂ ਚੈੱਕ ਕਰਦੇ ਹਾਂ ਕਿਸੇ ਵੀ ਗਿਵਨ ਪੇਪਰ ਨੂੰ ਕਿ ਇਹਦਾ ਰਿਜ਼ਲਟ ਆ ਹੈ, ਇਹਦਾ ਚੀਜ਼ ਦਾ ਹੈ। ਦੈਨ ਆਪਟੀਕਲ ਕਰੈਕਟਰ ਰੀਡਰ, ਇਹ ਮਾਰਕ ਰੀਡਰ ਸੀ, ਮਤਲਬ ਜੋ ਮਾਰਕ ਕੀਤਾ ਹੋਇਆ ਚੀਜ਼ਾਂ ਆਪਾਂ ਉਹਨਾਂ ਨੂੰ ਰੀਡ ਕਰਨ ਲਈ। ਇਹ ਆਪਟੀਕਲ ਕਰੈਕਟਰ ਰੀਡਰ ਜੋ ਆਪਣੇ ਆਪਟੀਕਲ ਕਰੈਕਟਰਸ ਲਿਖੇ ਹੋਏ ਨੇ ਉਹਨਾਂ ਨੂੰ ਰੀਡ ਕਰਨ ਲਈ ਆਪਾਂ ਇਹ ਯੂਜ਼ ਕਰਦੇ ਹਾਂ। ਇੱਥੇ ਕੀ ਹੈ, ਹਾਊਐਵਰ ਸਪੈਸ਼ਲ ਫੋਨਟਸ ਆਰ ਰਿਕੁਆਇਰਡ ਟੂ ਬੀ ਯੂਜ਼ਡ ਵਾਈਲ ਟਾਈਪਿੰਗ, ਤਾਂ ਟਾਈਪਿੰਗ ਦੇ ਡਿਊਰਿੰਗ ਸਪੈਸ਼ਲ ਫੋਨਟਸ ਹੀ ਯੂਜ਼ ਹੁੰਦੇ ਆ ਕਿਉਂਕਿ ਉਹ ਕਰੈਕਟਰ ਉਹੀ ਰੀਡ ਕਰ ਸਕਦਾ ਹੈ ਜੋ ਉਹਦੇ ਕੋਲ ਆਪਣੇ ਸੇਵ ਨੇ ਜਾਂ ਉਹਦੇ ਕੋਲ ਜੋ ਵੀ ਆਪਣੇ ਅਲਫਾਬੈਟਸ ਨੇ, ਨੰਬਰਸ ਨੇ, ਉਹਨਾਂ ਦੇ ਲਈ ਉਹਨਾਂ ਕੋਲ ਆਪਣਾ ਸਪੈਸ਼ਲ ਹੀ ਡਾਟਾ ਹੁੰਦਾ ਹੈ। ਇਨ ਕੇਸ ਆਫ ਹੈਂਡ ਰਿਟਨ ਡਾਟਾ ਦਾ ਕਰੈਕਟਰਸ ਹੈਵ ਟੂ ਬੀ ਆਫ ਦਾ ਸਟੈਂਡਰਡ ਪ੍ਰੀ ਡਿਫਾਈਨਡ ਸਾਈਜ਼, ਮਤਲਬ ਉਹਦੇ ਵਿੱਚ ਜੋ ਆਪਾਂ ਹੈਂਡ ਰਿਟਨ ਵੀ ਦਿੰਦੇ ਸੀ ਤਾਂ ਉਹਨਾਂ ਦਾ ਜੋ ਸਾਈਜ਼ ਹੋਣਾ ਚਾਹੀਦਾ ਤਾਂ ਉਨੇ ਸਾਈਜ਼ ਦੇ ਵਿੱਚ ਹੀ ਅਗਰ ਹੋਏਗਾ ਡਾਟਾ ਦੈਨ ਉਹ ਆਪਟੀਕਲ ਕਰੈਕਟਰ ਰੀਡਰ ਦੇ ਥਰੂ ਆਪਾਂ ਰੀਡ ਕਰ ਸਕਦੇ ਹਾਂ। ਦੈਨ ਬਾਰਕੋਡ ਰੀਡਰ ਬੱਚੇ ਆਪਾਂ ਅਕਸਰ ਦੇਖਦੇ ਹਾਂ ਕਿ ਆਪਾਂ ਮਾਰਕੀਟ 'ਚੋਂ ਕੋਈ ਵੀ ਸਮਾਨ ਲੈਂਦੇ ਹਾਂ ਤਾਂ ਐਵੇਂ ਦੇ ਬਾਰਕੋਡ ਬਣੇ ਹੋਏ ਹੁੰਦੇ ਆ। ਤਾਂ ਇਹ ਬਾਰਕੋਡਸ ਦੇ ਵਿੱਚ ਕੀ ਹੁੰਦੀ ਹੈ, ਸਾਰੀ ਉਸ ਪ੍ਰੋਡਕਟ ਦੀ ਡਿਸਕ੍ਰਿਪਸ਼ਨ ਹੁੰਦੀ ਹੈ ਕਿ ਪ੍ਰੋਡਕਟ ਕਦੋਂ ਬਣਿਆ, ਕਿਹੜੀ ਕੰਪਨੀ ਦਾ, ਇਹਦਾ ਬੈਚ ਨੰਬਰ ਕੀ ਹੈ, ਇਹਦੀ ਐਕਸਪਾਇਰੀ ਡੇਟ ਕੀ ਹੈ, ਇਹਦਾ ਪ੍ਰਾਈਸ ਕੀ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਦੀ ਡਿਸਕ੍ਰਿਪਸ਼ਨ ਇਸ ਬਾਰਕੋਡ ਦੇ ਅੰਡਰ ਹੁੰਦੀ ਹੈ। ਤਾਂ ਇਹਨਾਂ ਨੂੰ ਵੀ ਰੀਡ ਕਰਨ ਲਈ ਆਪਣੇ ਕੋਲ ਇੱਕ ਸਪੈਸ਼ਲ ਡਿਵਾਈਸਿਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਬਾਰਕੋਡ ਰੀਡਰ। ਦੈਨ ਆਪਣੇ ਕੋਲ ਆਉਂਦਾ ਹੈ ਮੈਗਨੈਟਿਕ ਇੰਕ ਕਰੈਕਟਰ ਰੀਡਰ MICR, ਮੈਗਨੈਟਿਕ ਇੰਕ ਜੋ ਆਪਣੇ ਇਹ ਕਹਿ ਦਿਓ ਕਿ ਇੰਕ ਇੱਕ ਤਰ੍ਹਾਂ ਨਾਲ ਮੈਗਨੈਟਿਕ, ਆਪਾਂ ਪੜ੍ਹਦੇ ਹਾਂ ਕਿ ਮੈਗਨੈਟਿਕ ਹੈ ਤਾਂ ਉਸ ਇੰਕ ਕਰੈਕਟਰ ਦੇ ਆਪਾਂ ਉਹਨਾਂ ਨੂੰ ਰਿਕੋਗਨਾਈਜ਼ ਕਰਨ ਲਈ ਇਹ ਸਪੈਸ਼ਲ ਡਿਵਾਈਸਿਸ ਯੂਜ਼ ਕਰਦੇ ਹਾਂ। ਇਹਦੇ ਵਿੱਚ ਦੇਖੋ ਸਪੈਸ਼ਲ ਟਾਈਪ ਆਫ ਇਨਪੁਟ ਡਿਵਾਈਸ, ਦਿਸ ਮੇਨਲੀ ਫਾਈਂਡਸ ਐਪਲੀਕੇਸ਼ਨ ਇਨ ਬੈਂਕਿੰਗ ਏਰੀਆਜ਼, ਇਹ ਜ਼ਿਆਦਾਤਰ ਬੈਂਕਿੰਗ ਏਰੀਆਜ਼ ਦੇ ਵਿੱਚ ਹੁੰਦਾ ਹੈ। ਮੈਗਨੈਟਿਕ ਇੰਕ ਇਜ਼ ਯੂਜ਼ ਟੂ ਐਨਕੋਡ ਦਾ ਕਰੈਕਟਰਸ ਟੂ ਬੀ ਰੀਡ, ਇਹਦੇ ਵਿੱਚ ਜੋ ਸਪੈਸ਼ਲ ਕੁਛ ਐਵੇਂ ਦੇ ਕਰੈਕਟਰਸ ਹੁੰਦੇ ਆ ਕਿ ਜੋ ਹਰ ਇੱਕ ਨਹੀਂ ਰੀਡ ਕਰ ਸਕਦਾ ਤਾਂ ਉਹਦੇ ਵਿੱਚ ਇਹ ਡਿਵਾਈਸਿਸ ਨੂੰ ਯੂਜ਼ ਕੀਤਾ ਜਾਂਦਾ ਹੈ। ਜ਼ਿਆਦਾਤਰ ਤੁਸੀਂ ਆਪਣੇ ਜੋ ਬੈਂਕ ਦੇ ਦੇਖੇ ਹੋਣਗੇ ਚੈੱਕ ਹੁੰਦੇ ਆ, ਉਹਦੇ ਵਿੱਚ ਨੀਚੇ ਥੋੜ੍ਹਾ ਐਵੇਂ ਇੱਥੋਂ ਡਾਰਕ ਜਿਹਾ ਕੁਛ ਹੁੰਦਾ ਹੈ ਅਤੇ ਇੱਥੇ ਐਵੇਂ ਥੋੜ੍ਹਾ ਜਿਹਾ ਕੁਛ ਲਿਖਿਆ ਹੋਇਆ ਹੁੰਦਾ, ਮਤਲਬ ਜੋ ਆਪਾਂ ਉਹਨੂੰ ਅੰਡਰਸਟੈਂਡ ਨਹੀਂ ਕਰ ਸਕਦੇ। ਉਹ ਕੀ ਨੇ, ਆਪਣੇ ਉਹ ਸਪੈਸ਼ਲ ਕਰੈਕਟਰਸ ਨੇ ਜਿਨ੍ਹਾਂ ਨੂੰ MICR ਡਿਵਾਈਸਿਸ ਦੇ ਨਾਲ ਹੀ ਆਪਾਂ ਰੀਡ ਕਰ ਸਕਦੇ ਹਾਂ। ਦੈਨ ਹੈ ਵੋਇਸ ਰਿਕੋਗਨੀਸ਼ਨ ਸਿਸਟਮ, ਜੋ ਵੋਇਸ ਨੂੰ ਰਿਕੋਗਨਾਈਜ਼ ਕਰ ਸਕਣ, ਵੋਇਸ ਨੂੰ ਸੁਣ ਕੇ ਆਪਣੀ ਉਵੇਂ ਉਹ ਉਹਨਾਂ ਨੂੰ ਇਨਪੁਟ ਡਿਵਾਈਸ ਜਿਹੜੇ ਹੈ ਆਪਣੇ ਉਹ ਲੈਂਦੇ ਆ। ਦੈਨ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਅਗਰ ਸੇਵ ਕਰਨਾ ਹੈ ਸਕਰੀਨ 'ਚ ਜਾਂ ਕਿਸੇ ਵੀ ਪੈਨ ਡਰਾਈਵ ਵਗੈਰਾ 'ਚ, ਜਿਵੇਂ ਆਪਾਂ ਆਡੀਓ ਕਲਿੱਪਸ ਜਾਂ ਵੀਡੀਓ ਕਲਿੱਪਸ ਨੂੰ ਸੇਵ ਕਰ ਲੈਂਦੇ ਹਾਂ, ਦੈਨ ਥਰੂ ਦਾ ਆਊਟਪੁੱਟ ਡਿਵਾਈਸਿਸ ਆਪਾਂ ਆਊਟਪੁੱਟ ਨੂੰ ਡਿਸਪਲੇ ਕਰਦੇ ਹਾਂ। ਇਹਦੇ ਲਈ ਆਪਣੇ
ਇਹਦੇ ਵਿੱਚ ਹੈਗੇ ਹੈ ਦਿਸ ਸਿਸਟਮ ਅਲਾਉਜ਼ ਅ ਯੂਜ਼ਰ ਟੂ ਟਾਕ ਵਿਦ ਦਾ ਕੰਪਿਊਟਰ ਵੋਇਸ ਰਿਕੋਗਨੀਸ਼ਨ ਸਿਸਟਮ। ਦੈਨ ਇਹਦੇ ਵਿੱਚ ਆਪਣੇ ਕੋਲ ਅਲੱਗ-ਅਲੱਗ ਡਿਵਾਈਸਿਸ ਹੁੰਦੇ ਹੈ, ਜਿਵੇਂ ਮਾਈਕ ਹੋ ਗਿਆ, ਠੀਕ ਹੈ। ਮਾਈਕ ਆਪਣੇ ਹੈਗਾ ਵੋਇਸ ਰਿਕੋਗਨੀਸ਼ਨ ਸਿਸਟਮ ਹੈ ਕਿ ਆਪਾਂ ਮਾਈਕ ਦੇ ਵਿੱਚ ਆਪਣੀ ਵੋਇਸ ਬੋਲਦੇ ਹਾਂ, ਦੈਨ ਉਹ ਸੇਵ ਕਰਦਾ, ਦੈਨ ਥਰੂ ਸਪੀਕਰ ਕੀ ਕਰਦਾ ਉਹ ਆਊਟਪੁੱਟ ਦਿੰਦਾ ਆਪਣੀ ਵੋਇਸ ਦੀ। ਦੈਨ ਆਪਣੇ ਕੋਲ ਹੈ ਨੈਕਸਟ ਆਊਟਪੁੱਟ ਡਿਵਾਈਸਿਸ। ਆਊਟਪੁੱਟ ਡਿਵਾਈਸਿਸ ਦੇਖੋ ਆਪਾਂ ਇਨਪੁੱਟ ਡਿਵਾਈਸਿਸ ਦੇ ਨਾਲ ਨਾਲ ਆਊਟਪੁੱਟ ਡਿਵਾਈਸਿਸ ਪੜ੍ਹੇ ਹੈ। ਜਿਵੇਂ ਹੁਣ ਮੈਂ ਦੱਸਿਆ ਕਿ ਸਕੈਨਰ ਹੈ, ਸਕੈਨਰ ਦੇ ਵਿੱਚ ਆਪਾਂ ਕੋਈ ਵੀ ਇਮੇਜ ਨੂੰ ਸਕੈਨ ਕੀਤਾ, ਦੈਨ ਉਹਨੇ ਆਊਟਪੁੱਟ ਦਿੱਤੀ ਕਿਹਦੇ ਥਰੂ, ਮੋਨੀਟਰ ਸਕਰੀਨ ਦੇ ਉੱਤੇ ਡਿਸਪਲੇ ਕੀਤਾ ਉਸ ਚੀਜ਼ ਨੂੰ। ਜਾਂ ਫਿਰ ਆਪਾਂ ਪ੍ਰਿੰਟਰ ਦੇ ਥਰੂ ਜੋ ਸਕੈਨ ਕੀਤਾ ਸੀ ਉਹਨੂੰ ਪ੍ਰਿੰਟਰ ਦੇ ਥਰੂ ਆਪਾਂ ਕੀ ਲਈ, ਉਹਦੀ ਆਊਟਪੁੱਟ ਲੈ ਲਈ। ਸੇਮ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਹ ਵੋਇਸ ਰਿਕੋਗਨੀਸ਼ਨ ਸਿਸਟਮਸ ਨੇ, ਮਾਈਕ ਹੈ ਆਪਣਾ, ਤਾਂ ਮਾਈਕ ਦੇ ਵਿੱਚ ਆਪਾਂ ਜੋ ਵੀ ਬੋਲਿਆ ਉਸ ਚੀਜ਼ ਨੂੰ ਆਪਾਂ ਸਪੀਕਰ ਦੇ ਥਰੂ ਕੀ ਲਈ, ਉਹਦੀ ਆਊਟਪੁੱਟ ਲਈ ਹੈ। ਬਾਰਕੋਡ ਰੀਡਰ ਨੇ ਉਹ ਸਕੈਨ ਕੀਤਾ, ਦੈਨ ਉਸ ਚੀਜ਼ ਨੂੰ ਆਪਣੇ ਕੋਲ ਮੋਨੀਟਰ ਸਕਰੀਨ ਦੇ ਉੱਤੇ ਡਿਸਪਲੇ ਕਰਤਾ, ਤਾਂ ਮੋਨੀਟਰ ਸਕਰੀਨ ਨੇ ਆਪਾਂ ਨੂੰ ਆਊਟਪੁੱਟ ਦਿੱਤੀ ਅਤੇ ਬਾਰਕੋਡ ਰੀਡਰ ਹੈ ਜੋ ਨੇ ਇਨਪੁੱਟ ਲਈ। ਅਤੇ ਅਲੱਗ-ਅਲੱਗ ਆਪਣੇ ਕੀ ਨੇ, ਆਊਟਪੁੱਟ ਡਿਵਾਈਸਿਸ ਨੇ। ਹੁਣ ਆਪਣੇ ਕੋਲ ਪ੍ਰਿੰਟਰਸ ਦੀ ਗੱਲ ਕਰੀਏ, ਪ੍ਰਿੰਟਰਸ ਕੀ ਨੇ, ਆਪਣੇ ਕੋਲ ਆਊਟਪੁੱਟ ਡਿਵਾਈਸਿਸ ਨੇ ਮੇਨ, ਜੋ ਆਪਣੇ ਕੋਲ ਹਾਰਡ ਕਾਪੀ ਦੀ ਫੋਰਮ ਦੇ ਵਿੱਚ ਆਊਟਪੁੱਟ ਦਿੰਦੇ ਆ। ਪ੍ਰਿੰਟਰਸ ਨੂੰ ਆਪਾਂ ਕਲਾਸੀਫਾਈ ਕਰ ਸਕਦੇ ਹਾਂ ਇੰਪੈਕਟ ਪ੍ਰਿੰਟਰ ਐਂਡ ਨੋਨ ਇੰਪੈਕਟ ਪ੍ਰਿੰਟਰ। ਇੰਪੈਕਟ ਪ੍ਰਿੰਟਰਸ ਨੇ ਇਹ ਆਲਮੋਸਟ ਸਿਮਿਲਰ ਟੂ ਦਾ ਟਾਈਪਰਾਈਟਰ। ਦੇ ਯੂਜ਼ ਹੈਮਰ ਟੂ ਸਟਰਾਈਕ ਅ ਕਰੈਕਟਰ, ਕਿਉਂਕਿ ਪ੍ਰਿੰਟ ਕਰਨ ਲਈ ਕੀ ਯੂਜ਼ ਕਰਦੇ ਨੇ, ਹੈਮਰ। ਇਹਦੇ ਅੰਡਰ ਇੱਕ ਹੈਮਰ ਹੁੰਦਾ ਹੈ ਜੋ ਸਟਰਾਈਕ ਕਰਦਾ ਪੇਪਰ ਨਾਲ ਅਤੇ ਕਰੈਕਟਰਸ ਨੂੰ ਉਹਦੇ ਉੱਤੇ ਇੱਕ ਟਾਈਪ ਕਰ ਦਿੰਦਾ, ਪ੍ਰਿੰਟ ਕਰ ਦਿੰਦਾ ਜੋ ਆਪਾਂ ਨੂੰ ਕਮਾਂਡ ਉਹਦੇ ਵਿੱਚ ਚਾਹੀਦੀ ਹੈ। ਇਹਦੇ ਅੰਡਰ ਆਉਂਦੇ ਆ ਡਾਟ ਮੈਟ੍ਰਿਕਸ ਪ੍ਰਿੰਟਰ, ਲਾਈਨ ਪ੍ਰਿੰਟਰ, ਡੇਜ਼ੀ ਵੀਲ ਪ੍ਰਿੰਟਰ। ਡਾਟ ਮੈਟ੍ਰਿਕਸ ਪ੍ਰਿੰਟਰ ਮਤਲਬ ਡਾਟ ਦੀ ਫਾਰਮ ਦੇ ਵਿੱਚ ਆਪਣੇ ਕੋਲੇ ਆਊਟਪੁੱਟ ਡਿਸਪਲੇ ਹੁੰਦੀ ਹੈ। ਲਾਈਨ ਪ੍ਰਿੰਟਰ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਆਪਾਂ ਹੁਣ ਆਹ ਪੇਜ ਹੈ ਤੁਹਾਡਾ ਇੱਕ ਕਿਸੇ ਬੁੱਕ ਦਾ ਜਾਂ ਕਿਸੇ ਵੀ ਨੋਟਬੁੱਕ ਦਾ ਜਿਹਦੇ 'ਤੇ ਤੁਸੀਂ ਲਿਖਿਆ ਹੋਇਆ ਹੈ, ਜਦੋਂ ਤੁਸੀਂ ਉਹਦੀ ਆਊਟਪੁੱਟ ਲਓਗੇ ਥਰੂ ਪ੍ਰਿੰਟਰ, ਦੈਨ ਉਹ ਕੀ ਕਰੇਗਾ, ਪਹਿਲਾਂ ਫਸਟ ਲਾਈਨ ਪ੍ਰਿੰਟ ਕਰੇਗਾ, ਫਿਰ ਸੈਕਿੰਡ, ਫਿਰ ਥਰਡ, ਫਿਰ ਫੋਰਥ, ਫਿਰ ਫਿਫਥ, ਐਵੇਂ ਆਪਣੇ ਕੋਲੇ ਪ੍ਰਿੰਟ ਕਰਕੇ ਦਿੰਦੇ ਆ। ਦੈਨ ਡੇਜ਼ੀ ਵੀਲ ਪ੍ਰਿੰਟਰ ਦੇ ਵਿੱਚ ਕੀ ਹੁੰਦਾ, ਜੋ ਆਪਣੀ ਮਸ਼ੀਨ ਹੈ ਉਹਨਾਂ ਦੇ ਅੰਦਰ ਇੱਕ ਡੇਜ਼ੀ ਵੀਲ ਲਾਈਕ ਸਟਰਕਚਰ ਹੁੰਦਾ। ਜਿਵੇਂ ਜਿਵੇਂ ਵੀਲ ਰੋਟੇਟ ਹੁੰਦਾ ਉਹਦੇ 'ਤੇ ਆਪਣੇ ਕੋਲ ਕਰੈਕਟਰਸ ਪ੍ਰਿੰਟ ਹੁੰਦੇ ਨੇ, ਮਤਲਬ ਉਹਦੇ 'ਤੇ ਪੰਚਡ ਕੀਤੇ ਹੋਏ ਹੁੰਦੇ ਨੇ ਕਰੈਕਟਰਸ। ਜਿਵੇਂ ਜਿਵੇਂ ਵੀਲ ਮੂਵ ਕਰਦਾ ਉਹੀ ਉਹ ਵਰਡਸ ਉਹਦੇ 'ਤੇ ਪ੍ਰਿੰਟ ਕਰਦਾ ਜਾਂਦਾ। ਦੈਨ ਇੰਪੈਕਟ ਪ੍ਰਿੰਟਰਸ ਦੇ ਐਡਵਾਂਟੇਜਸ ਕੀ ਨੇ, ਇਹ ਫੰਕਸ਼ਨਿੰਗ ਰਿਲੇਟਿਵਲੀ ਈਜ਼ੀ, ਇਹਨਾਂ ਦੀ ਫੰਕਸ਼ਨਿੰਗ ਪਰਫੋਰਮ ਕਰਨਾ ਈਜ਼ੀ ਹੈ। ਮਲਟੀਪਲ ਕਾਪੀਜ਼ ਕੈਨ ਬੀ ਪ੍ਰੋਡਿਊਸਡ ਐਟ ਦਾ ਸੇਮ ਟਾਈਮ ਵਿਦ ਦਾ ਹੈਲਪ ਆਫ ਕਾਰਬਨ ਪੇਪਰ ਦੀ ਹੈਲਪ ਨਾਲ ਆਪਾਂ ਇਹਦੇ 'ਤੇ ਮਲਟੀਪਲ ਕਾਪੀਜ਼ ਨੂੰ ਕੱਢ ਸਕਦੇ ਹਾਂ। ਇੰਪੈਕਟ ਪ੍ਰਿੰਟਰਸ ਆਰ ਨੋਇਜ਼ ਕਾਫੀ ਕਰਦੇ ਆ, ਕਿਉਂਕਿ ਇਹਨਾਂ ਨੇ ਤਾਂ ਹੀ ਕਿਹਾ ਕਿ ਜਸਟ ਲਾਈਕ ਅਸ ਦਾ ਟਾਈਪਰਾਈਟਰ, ਕਿਉਂਕਿ ਇਹਦੇ ਵਿੱਚ ਜਦੋਂ ਉਹ ਟਾਈਪ ਕਰਦਾ ਹੈ ਤਾਂ ਉਹਦੇ ਵਿੱਚ ਨੋਇਜ਼ ਵੀ ਟਾਈਪਰਾਈਟਰ ਵਾਂਗੂ ਹੀ ਕਰਦਾ। ਬਟ ਇਹਦੇ ਵਿੱਚ ਫਰਕ ਕੀ ਹੈ ਕਿ ਟਾਈਪਰਾਈਟਰ 'ਤੇ ਆਪਾਂ ਖੁਦ ਯੂਜ਼ਰ ਉਦੋਂ ਤੋਂ ਟਾਈਪ ਕਰਦਾ ਹੈ, ਬਟ ਪ੍ਰਿੰਟਰ ਕੀ ਹੈ ਜੋ ਆਪਣੀ ਕੰਪਿਊਟਰ ਦੇ ਵਿੱਚ ਔਨਲਾਈਨ ਜੋ ਵੀ ਆਪਣੀਆਂ ਚੀਜ਼ਾਂ ਨੇ ਸੇਵ ਪਈਆਂ ਨੇ ਕੰਪਿਊਟਰ ਦੇ ਵਿੱਚ, ਉਹਨਾਂ ਨੂੰ ਟਾਈਪ ਕਰਕੇ ਆਟੋਮੈਟਿਕਲੀ ਆਪਣੇ ਕੋਲ ਪ੍ਰਿੰਟ ਦਿੰਦਾ ਹੈ। ਦੈਨ ਇੰਪੈਕਟ ਪ੍ਰਿੰਟਰਸ ਇਹਨਾਂ ਨੇ ਅੱਗੇ ਐਕਸਪਲੇਨ ਕੀਤਾ ਕਿ ਡੋਟ ਮੈਟ੍ਰਿਕਸ ਕੀ ਹੁੰਦਾ ਉਹਦੇ ਵਿੱਚ। ਦੇਖੋ ਇਹਨਾਂ ਨੇ ਕਿਹਾ ਪ੍ਰਿੰਟਰ ਹੈਜ਼ ਅ ਪ੍ਰਿੰਟਰ ਹੈਡ ਵਿਦ ਦਾ ਮੈਟ੍ਰਿਕਸ ਆਫ ਪਿੰਸ, ਇਹਦੇ 'ਚ ਪਿੰਸ ਹੁੰਦੀਆਂ ਨੇ ਤਾਂ ਉਹ ਪਿੰਸ ਡੋਟ ਬਾਏ ਡੋਟ ਆਪਣੇ ਕੋਲੇ ਪ੍ਰਿੰਟ ਕਰਦੀਆਂ ਨੇ। ਇਹਨਾਂ ਨੇ ਕਿਹਾ 7 ਰੋਜ਼ ਅਤੇ 9 ਕਾਲਮਸ ਹੁੰਦੇ ਆ, ਠੀਕ ਹੈ। ਦੈਨ ਉਸ ਤੋਂ ਬਾਅਦ ਆ ਦੇਖੋ ਇਹਦੇ 'ਤੇ ਡੋਟ ਬਣੇ ਹੋਏ ਆ ਇੱਕ, ਤਾਂ ਇਹ ਆਪਣੇ ਕੋਲੇ ਇਹਨਾਂ ਨੇ ਕਿਹਾ ਡੋਟ ਮੈਟ੍ਰਿਕਸ ਪ੍ਰਿੰਟਰ, ਡੇਜ਼ੀ ਵੀਲ ਪ੍ਰਿੰਟਰ। ਅਤੇ ਰਿਲੇਟਿਵਲੀ ਇਹਨਾਂ ਦੀ ਕੋਸਟ ਹੈ ਜਿਹੜੀ ਆਪਣੇ ਕੋਲੇ ਘੱਟ ਹੁੰਦੀ ਹੈ। ਦੈਨ ਲੈਟਰ ਕੁਆਲਿਟੀ ਜਿਹੜੀ ਹੈਗੀ ਹੈ ਇਹਨਾਂ ਦੇ ਵਿੱਚ ਪ੍ਰਿੰਟਰਸ ਦੇ ਵਿੱਚ ਵਧੀਆ ਹੁੰਦੀ ਹੈ, ਇਸੇ ਲਈ ਆਪਾਂ ਇਹਨਾਂ ਨੂੰ ਕੀ ਕਹਿੰਦੇ ਆ, ਲੈਟਰ ਕੁਆਲਿਟੀ ਪ੍ਰਿੰਟਰਸ। ਨੈਕਸਟ ਆਪਣੇ ਕੋਲ ਇਹਦੇ ਵਿੱਚ ਲਾਈਨ ਪ੍ਰਿੰਟਰ ਹੈ ਜੋ ਲਾਈਨ ਬਾਏ ਲਾਈਨ ਆਪਣੇ ਕੋਲ ਪ੍ਰਿੰਟ ਕਰਕੇ ਦਿੰਦਾ ਹੈ। ਦੇਖੋ ਇਹਦਾ ਸਟਰਕਚਰ ਇੱਦਾਂ ਦਾ ਹੁੰਦਾ ਆਪਣੇ ਕੋਲ, ਜਿਹੜੇ ਹੁਣ ਦੇ ਪ੍ਰਿੰਟਰ ਹੈ ਆਲਮੋਸਟ ਸੇਮ ਹੀ ਸਟਰਕਚਰ ਹੁੰਦੇ ਹੈ, ਬਟ ਥੋੜ੍ਹਾ ਬਹੁਤ ਇਹਦੇ ਵਿੱਚ ਫ਼ਰਕ ਹੁੰਦਾ ਕਿ ਜੋ ਆਪਣੇ ਕੋਲ ਲੈਟਰਸ ਨੇ ਤਾਂ ਉਹਦੇ ਵਿੱਚ ਕੀ ਹੁੰਦਾ, ਇੱਕ ਡਰਮ ਪ੍ਰਿੰਟਰ ਹੁੰਦਾ ਲਾਈਨ ਪ੍ਰਿੰਟਰ ਦੇ ਲਈ, ਜੋ ਇਹਦੇ ਵਿੱਚ ਡਰਮ ਲੱਗਿਆ ਹੁੰਦਾ ਤਾਂ ਡਰਮ ਜਿਵੇਂ ਜਿਵੇਂ ਰੋਟੇਟ ਹੁੰਦਾ ਜਸਟ ਲਾਈਕ ਐਜ਼ ਅ ਵੀਲ ਸਟਰਕਚਰ। ਆਪਣੇ ਕੋਲ ਡੇਜ਼ੀ ਵੀਲ ਪ੍ਰਿੰਟਰ ਹੈ ਨਾ, ਤਾਂ ਡੇਜ਼ੀ ਵੀਲ ਪ੍ਰਿੰਟਰ ਦੇ ਵਿੱਚ ਵੀਲ ਹੁੰਦਾ ਇੱਕ, ਇਹਦੇ ਵਿੱਚ ਇੱਕ ਡਰਮ ਹੁੰਦਾ ਲਾਈਕ ਢੋਲ ਜਿਵੇਂ ਆਪਣੇ ਕੋਲ ਬਣਿਆ ਹੁੰਦਾ, ਤਾਂ ਢੋਲ ਜਿਵੇਂ ਉਹਦੇ ਵਿੱਚ ਮੂਵ ਕਰਦਾ ਦੈਨ ਉਵੇਂ ਆਪਣੇ 'ਤੇ ਪੇਜ 'ਤੇ ਲਾਈਨਸ ਪ੍ਰਿੰਟ ਹੁੰਦੀਆਂ ਰਹਿੰਦੀਆਂ ਨੇ।
ਇਹਨਾਂ ਨੇ ਕਿਹਾ ਦਿਸ ਕੰਸਿਸਟ ਆਫ ਮੈਟੈਲਿਕ ਸਿਲੰਡਰ, ਇੱਕ ਮੈਟੈਲਿਕ ਸਿਲੰਡਰ ਦੀ ਤਰ੍ਹਾਂ ਇਹਦੇ ਵਿੱਚ ਡਰਮ ਫਿੱਟ ਹੁੰਦਾ ਹੈ, ਜੋ ਆਪਣੇ ਈਚ ਕਾਲਮ ਔਰ ਬੈਂਡ ਔਨ ਦਾ ਡਰਮ ਕੰਟੇਨਸ ਆਲ ਦਾ ਕਰੈਕਟਰਸ, ਉਹਦੇ ਸਾਰੇ ਕਰੈਕਟਰਸ ਹੁੰਦੇ ਨੇ ਜੋ ਜਿਵੇਂ ਜਿਵੇਂ ਉਹ ਮੂਵ ਕਰਦਾ ਤਾਂ ਉਹ ਪੇਪਰ 'ਤੇ ਉਵੇਂ ਹੀ ਪ੍ਰਿੰਟ ਕਰਦਾ ਹੈ। ਨੈਕਸਟ ਆਪਣੇ ਕੋਲ ਇਹ ਚੇਨ ਪ੍ਰਿੰਟਰ, ਇੱਕ ਚੇਨ ਹੁੰਦੀ ਹੈ ਜਸਟ ਲਾਈਕ ਐਜ਼ ਜਿਵੇਂ ਮਸ਼ੀਨ ਹੈ, ਇਹਦੇ ਵਿੱਚ 2 ਵੀਲਸ ਲੱਗੇ ਨੇ, ਇਹਨਾਂ 'ਤੇ ਚੇਨ ਹੈ ਜਿਵੇਂ ਆਪਣੀ ਸਾਈਕਲ ਦੀ 2 ਟਾਇਰ, ਮਤਲਬ ਜਿਵੇਂ ਜਿਵੇਂ ਇਹ ਮੂਵ ਕਰਦਾ ਹੈ ਐਵੇਂ ਆਪਣੀ ਚੇਨ ਮੂਵ ਕਰਦੀ ਹੈ ਅਤੇ ਕਰੈਕਟਰਸ ਨੂੰ ਪ੍ਰਿੰਟ ਕਰਦੀ ਹੈ। ਨੈਕਸਟ ਆਪਣੇ ਕੋਲ ਆਉਂਦੇ ਆ ਬੱਚੇ ਨੋਨ ਇੰਪੈਕਟ ਪ੍ਰਿੰਟਰਸ, ਦੇ ਯੂਜ਼ ਦਾ ਥਰਮਲ, chemical, electrostatic and inkjet technologies for printing as against the hammer mechanism of impact printers। ਇਹਦੇ ਵਿੱਚ ਇਹ ਕੁਝ ਕੈਮੀਕਲਸ ਜਾਂ ਇਲੈਕਟ੍ਰੋਸਟੈਟਿਕ ਟੈਕਨੋਲੋਜੀਜ਼ ਨੇਗੀਆਂ ਜੋ ਆਪਣੀਆਂ ਯੂਜ਼ ਹੁੰਦੀਆਂ ਨੇ ਕਿਸੇ ਵੀ ਚੀਜ਼ ਨੂੰ ਪ੍ਰਿੰਟ ਕਰਨ ਲਈ। ਫਸਟਲੀ ਆਪਣੇ ਕੋਲ ਆਉਂਦੀ ਹੈ ਇੰਕਜੈਟ ਪ੍ਰਿੰਟਰ। ਇੰਕਜੈਟ ਪ੍ਰਿੰਟਰ ਦੇ ਵਿੱਚ ਕੀ ਹੁੰਦਾ ਹੈ, ਨੋਨ ਇੰਪੈਕਟ ਪ੍ਰਿੰਟਰ ਹੈ, ਇਹ ਉਹਦੇ ਨਾਲੋਂ ਕੀ ਨੇ, ਨੋਇਜ਼ੀ ਨਹੀਂ ਹੈਗੇ, ਅਤੇ ਇਹ ਉਹਦੇ ਨਾਲੋਂ ਐਕਸਪੈਂਸਿਵ ਥੋੜ੍ਹੇ ਹੈਗੇ ਆ ਬਟ ਨੋਇਜ਼ੀ ਨਹੀਂ ਹੈਗੇ, ਉਹ ਸੀਗੇ ਚੀਪ ਸੀ, ਠੀਕ ਹੈ। ਸਪੈਸ਼ਲ ਟਾਈਪ ਆਫ ਇੰਕ ਵਿਚ ਹੈਜ਼ ਅ ਹਾਈ ਆਇਰਨ ਕੰਟੈਂਟ ਇਜ਼ ਯੂਜ਼ਡ, ਇਹਦੇ ਵਿੱਚ ਸਪੈਸ਼ਲ ਤਰ੍ਹਾਂ ਦੀ ਇੰਕ ਯੂਜ਼ ਹੁੰਦੀ ਹੈ ਜਿਹਦੇ ਵਿੱਚ ਹਾਈ ਆਇਰਨ ਕੰਟੈਂਟ ਹੁੰਦਾ ਹੈ, ਤਾਂ ਉਹ ਆਪਣੇ ਕੋਲ ਇੰਕਜੈਟ ਮਤਲਬ ਇੰਕ ਦੇ ਤੌਰ 'ਤੇ ਉਹਦੇ ਵਿੱਚੋਂ ਪੇਪਰ ਦੇ ਵਿੱਚੋਂ ਇਹ ਇੰਕ ਐਬਜ਼ੋਰਬਡ ਬਾਏ ਦਾ ਪੇਪਰ ਐਂਡ ਡਰਾਈਜ਼ ਇੰਸਟੈਂਟਲੀ। ਦੈਨ ਲੇਜ਼ਰ ਪ੍ਰਿੰਟਰਸ, ਇਹਦੇ ਵਿੱਚ ਲੇਜ਼ਰ ਬੀਮ ਹੁੰਦੀ ਹੈ। ਲੇਜ਼ਰ ਬੀਮ ਜਿਵੇਂ ਜਿਵੇਂ ਪੇਜ 'ਤੇ ਆਪਾਂ ਉਹਨੂੰ ਕਰਦੇ ਹਾਂ ਮੂਵ ਬੈਕਵਰਡ ਫੋਰਵਰਡ ਐਕਰੋਸ ਦਾ ਡਰਮ, ਇਹਨਾਂ ਨੇ ਕਿਹਾ ਦੇਖੋ ਜਿਵੇਂ ਡਰਮ ਲਾਈਕ ਸਟਰਕਚਰ ਦੇ ਵਿੱਚ ਸੀ, ਇਹਦੇ ਵਿੱਚ ਆਪਾਂ ਲੇਜ਼ਰ ਬੀਮ ਨੂੰ ਉਵੇਂ ਮੂਵ ਕਰਦੇ ਹਾਂ ਉਹਦੇ ਅੰਡਰ, ਦੈਨ ਕੀ ਉਵੇਂ ਆਪਣੇ ਕੋਲ ਪ੍ਰਿੰਟਿੰਗ ਹੁੰਦੀ ਹੈ। ਦੈਨ ਨੈਕਸਟ ਆਪਣੇ ਕੋਲ ਇਹਦੇ ਵਿੱਚ ਹੈ ਪਲੋਟਰਸ। ਪਲੋਟਰਸ ਦੇ ਵਿੱਚ ਕੀ ਹੁੰਦਾ ਬੱਚੇ, ਇਹ ਵੀ ਇੱਕ ਆਊਟਪੁੱਟ ਡਿਵਾਈਸਿਸ ਨੇ, ਇਹਦੇ ਵਿੱਚ ਆਪਾਂ ਗ੍ਰਾਫਿਕਲ ਇਮੇਜਿਸ ਨੂੰ ਪ੍ਰਿੰਟਿੰਗ ਲੈਣ ਵਾਸਤੇ ਪਲੋਟਰਸ ਨੂੰ ਯੂਜ਼ ਕਰਦੇ ਹਾਂ। ਇਹ 2 ਤਰ੍ਹਾਂ ਦੇ ਹੁੰਦੇ ਆ ਪਲੋਟਰਸ, ਫਲੈਟ ਬੈਡ ਅਤੇ ਡਰਮ ਪਲੋਟਰ। ਫਲੈਟ ਬੈਡ ਪਲੋਟਰ ਜਿਵੇਂ ਆ ਸ਼ੇਪ ਬਣੀ ਹੋਈ ਆ ਆਪਣੇ ਕੋਲ ਇਹਦੇ ਵਿੱਚ, ਤਾਂ ਇਹਦੇ ਵਿੱਚ ਆਪਣੇ ਕੋਲ ਫਲੈਟਿੰਗ ਪੇਪਰ ਦੀ ਪ੍ਰਿੰਟਿੰਗ ਹੋ ਕੇ ਆਉਂਦੀ ਹੈ। ਦਿਸ ਪਲੋਟਰ ਪਲੋਟਸ ਔਨ ਅ ਪੇਪਰ ਵਿਚ ਇਜ਼ ਫਿਕਸਡ ਔਨ ਦਾ ਰੈਕਟੈਂਗੂਲਰ ਫਲੈਟ ਬੈਡ ਟੇਬਲ, ਫਲੈਟ ਬੈਡ ਟੇਬਲ ਦੀ ਤਰ੍ਹਾਂ ਹੀ ਇਹਦੇ ਵਿੱਚ ਹੈ, ਤਾਂ ਉਵੇਂ ਆਪਣਾ ਪੇਜ ਪ੍ਰਿੰਟ ਹੋ ਕੇ ਆਉਂਦਾ ਹੈ। ਡਰਮ ਪਲੋਟਰ ਦੇ ਵਿੱਚ ਕੀ ਹੈ, ਪੇਪਰ ਔਨ ਵਿਚ ਦਾ ਆਊਟਪੁੱਟ ਇਜ਼ ਟੂ ਬੀ ਓਬਟੇਨਡ ਇਜ਼ ਪਲੇਸਡ ਓਵਰ ਅ ਡਰਮ, ਉਹ ਡਰਮ ਦੇ ਉੱਪਰ ਉਹਨੂੰ ਰੈਪ ਕਰ ਦਿੱਤਾ ਜਾਂਦਾ ਹੈ, ਅਤੇ ਉਵੇਂ ਜਿਵੇਂ ਆਪਾਂ ਗ੍ਰਾਫੀਕਲ ਇਮੇਜ ਲੈਣੀ ਹੈ ਉਹ ਡਰਮ ਰੋਟੇਟ ਹੋਏਗਾ ਅਤੇ ਉਹਦੇ ਵਿੱਚੋਂ ਆਪਣੀ ਗ੍ਰਾਫੀਕਲ ਜੋ ਵੀ ਇਮੇਜ ਦੀ ਆਪਾਂ ਆਊਟਪੁੱਟ ਲੈਣੀ ਹੈ ਆਪਣੇ ਕੋਲ ਡਿਸਪਲੇ ਹੋਏਗੀ। ਦੈਨ ਆਪਣੇ ਕੋਲ ਇੱਧਰ ਹੈ ਕਿ ਆਊਟਪੁੱਟ ਇਜ਼ ਫਸਟ ਸੈਂਡ ਟੂ ਦਾ ਸਮ ਸੈਕੰਡਰੀ ਸਟੋਰੇਜ ਡਿਵਾਈਸ ਲਾਈਕ ਮੈਗਨੈਟਿਕ ਟੇਪ ਔਰ ਨੋਟ, ਦੈਨ ਡਾਇਰੈਕਟਡ ਟੂ ਦਾ ਪਲੋਟਰਸ। ਜੋ ਆਪਾਂ ਆਊਟਪੁੱਟ ਲੈਣੀ ਹੈ ਪਹਿਲਾਂ ਸੈਕੰਡਰੀ ਸਟੋਰੇਜ ਡਿਵਾਈਸ ਕੋਲ ਜਾਂਦੀ ਹੈ ਲਾਈਕ ਮੈਗਨੈਟਿਕ ਟੇਪ, ਦੈਨ ਉਹ ਪਲੋਟਰ ਦੇ ਥਰੂ ਆਪਣੇ ਕੋਲ ਡਿਸਪਲੇ ਹੁੰਦੀ ਹੈ। ਦੈਨ ਵੀਡੀਓ ਡਿਸਪਲੇ ਟਰਮੀਨਲ, ਵੀਡੀਓ ਡਿਸਪਲੇ ਦੇ ਲਈ ਸਕਰੀਨ ਫਲੈਟ ਪੈਨਲ ਡਿਸਪਲੇ ਹੈ, ਮੋਨੀਟਰ ਸਕਰੀਨ ਹੈ ਜਿਹੜੀਆਂ ਆਪਣੀਆਂ ਕੰਪਿਊਟਰਸ ਦੀਆਂ ਅੱਜ ਕੱਲ੍ਹ ਚੱਲ ਰਹੀਆਂ, ਇਹਦੇ ਵਿੱਚ CRT ਕੈਥੋਡ ਰੇ ਟਿਊਬ ਹੁੰਦੀ ਹੈ। ਮੂਵਡ ਅਕਰੋਸ ਅ ਫੋਸਫਰ ਕੋਟਡ ਸਕਰੀਨ ਟੂ ਪ੍ਰੋਡਿਊਸ ਦਾ ਇਮੇਜ, ਇਹਦੇ ਵਿੱਚ ਇਲੈਕਟ੍ਰੋਨ ਬੀਮ ਹੈ ਜਿਹੜੀ ਮੂਵ ਕੀਤੀ ਜਾਂਦੀ ਹੈ ਫੋਸਫਰ ਕੋਟਡ ਸਕਰੀਨ ਦੇ ਨਾਲ। ਇਲੈਕਟ੍ਰੋਨ ਬੀਮ ਇਜ਼ ਮੂਵਡ ਅਕਰੋਸ ਅ ਫੋਸਫਰ ਕੋਟਡ ਸਕਰੀਨ ਟੂ ਪ੍ਰੋਡਿਊਸ ਦਾ ਇਮੇਜ। ਦ CRT ਕੈਨ ਵੀ ਮੋਨੋਕ੍ਰੋਮ ਔਰ ਕਲਰਡ, ਇਹ ਮੋਨੋਕ੍ਰੋਮ ਵੀ ਹੋ ਸਕਦੀ ਹੈ ਜਾਂ ਕਲਰਡ ਵੀ ਹੋ ਸਕਦੀ ਹੈ। ਤਾਂ ਇਨਪੁੱਟ ਅਤੇ ਆਊਟਪੁੱਟ ਡਿਵਾਈਸਿਸ ਦੇ ਵਿੱਚ ਆਪਣੇ ਕੋਲ ਅਲੱਗ-ਅਲੱਗ ਜੋ ਸੀਗੇ ਆਪਾਂ ਹੁਣ ਤੱਕ ਕੀਤੇ ਆ ਬੱਚੇ, ਇਹਦੇ ਵਿੱਚ ਕੀਬੋਰਡ, ਮੋਨੀਟਰ, ਸਕਰੀਨ, ਜੋ ਵੀ ਤੁਹਾਡੇ ਕੋਲ ਬੁੱਕ ਦੇ ਵਿੱਚ ਇਹ ਸਾਰੀਆਂ ਹੈ, ਇਹਨਾਂ ਨੂੰ ਤੁਸੀਂ ਖੁਦ ਰੀਡ ਕਰਕੇ ਦੇਖਣਾ ਹੈ। ਜੇ ਤੁਹਾਨੂੰ ਕੋਈ ਵੀ ਦਿੱਕਤ ਲੱਗਦੀ ਹੈ ਬੱਚੇ, ਦੈਨ ਯੂ ਕੈਨ ਮੈਸੇਜ ਮੀ ਔਰ contact me. I hope you all will understand it. Thank you and bye bye students.